and grow stronger as a Christian. ਤੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਾਂਗਾ ਟੌਪਿਕ ਦੇ ਉੱਤੇ ਕਿ ਅਸੀਂ ਕਿਵੇਂ ਜਿਉ ਰਹੇ ਹਾਂ ਤੇ ਕਿਵੇਂ ਅਸੀਂ ਪੂਰੇ ਤਾਕਤ ਦੇ ਨਾਲ ਖੁਦਾਵੰਦ ਜਾਂ ਆਪਣੀ ਮਸੀਹਤ ਜ਼ਿੰਦਗੀ ਵਿੱਚ ਅੱਗੇ ਵਧ ਸਕਦੇ ਹਾਂ। As a physical body, normal body, we breathe, we eat, we sleep. ਤੇ ਇੱਕ ਸਰੀਰਕ ਤੌਰ ਤੇ ਕੀ ਹੈ, ਅਸੀਂ ਖਾਂਦੇ ਹਾਂ, ਸਾਹ ਲੈਂਦੇ ਹਾਂ, ਅਸੀਂ ਸੌਂਦੇ ਹਾਂ। So also in the spiritual life, ਤੇ ਉਸੇ ਤਰ੍ਹਾਂ ਆਤਮਿਕ ਲਾਈਫ ਦੇ ਲਈ we need to eat. ਤੇ ਸਾਨੂੰ ਕੀ ਹੈ, ਖਾਣ ਦੀ ਜ਼ਰੂਰਤ ਹੈ। So what do we eat? ਤੇ ਅਸੀਂ ਕੀ ਖਾਂਦੇ ਹਾਂ, ਕੀ ਖਾਈਏ? The word of God. The word of God. How many of you have eaten the word of God? ਤੇ ਸਾਨੂੰ ਕੀ ਖਾਣਾ ਚਾਹੀਦਾ? ਖੁਦਾਵੰਦ ਦਾ ਵਚਨ। ਤੇ ਬ੍ਰਦਰ ਪੁੱਛ ਰਿਹਾ ਕਿ ਕਿੰਨੇ ਜਣੇ ਜਿਹੜੇ ਖੁਦਾਵੰਦ ਦਾ ਵਚਨ ਹੈ ਜੋ ਉਸ ਨੂੰ ਲੈ ਰਹੇ ਆਪਣੀ ਆਤਮਾ ਦੇ ਲਈ? How many of you have tasted? ਕਿੰਨੇ ਜਣੇ ਨੇ ਉਹਦਾ ਸਵਾਦ ਹੈ ਜਿਹੜਾ ਉਹਨੂੰ ਚੱਖਿਆ? Only two? Okay, so pay attention. How many of you have tasted the word of God? ਤੇ ਥੋੜਾ ਜਿਹਾ ਧਿਆਨ ਦਿਓ ਕਿ ਕਿੰਨੇ ਜਣੇ ਜਿਹੜਾ ਖੁਦਾਵੰਦ ਦੇ ਵਚਨ ਨੂੰ, ਠੀਕ ਹੈ, ਉਹਦੇ ਸਵਾਦ ਨੂੰ ਚੱਖ ਰਹੇ ਹੈ। Again, how many of you? ਤੇ ਦੁਬਾਰਾ ਤੋਂ ਪੁੱਛ ਰਿਹਾ ਕਿੰਨੇ ਜਣੇ? See, this is why you need to respond, okay? ਤੇ ਇਸੇ ਤਰ੍ਹਾਂ ਕੀ ਹੈ, ਤੁਹਾਨੂੰ ਉਹਨੂੰ ਰਿਸਪੌਂਸ ਦੇਣ ਦੀ So I know ਜ਼ਰੂਰਤ ਹੈ। you are understanding. ਤੇ ਮੈਨੂੰ ਪਤਾ ਲੱਗੇ ਕਿ ਤੁਸੀਂ ਸਮਝ ਰਹੇ ਹੋ। Because it's important to understand what I'm saying here. ਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਮਝੋ ਮੈਂ ਕੀ ਕਹਿ ਰਿਹਾ, ਕਿ ਤੁਸੀਂ ਕਿਸ ਚੀਜ਼ ਦੇ ਲਈ ਇੱਥੇ ਹੋ। So when we say we eat the word of God, how many of you have eaten the word? Rashi said, ਜਦੋਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਵਚਨ ਲੈ ਰਹੇ ਹੋ, ਤਾਂ ਕਿੰਨੇ ਜਣੇ ਤੁਸੀਂ ਕਹਿ ਰਹੇ ਹੋ ਕਿ ਹਾਂ ਮੈਂ ਲੈ ਰਿਹਾ? what does it mean to eat the word of God? ਤੇ ਇਹਦਾ ਮਤਲਬ ਕੀ ਹੈ ਕਿ ਖੁਦਾ ਦੇ ਵਚਨ ਨੂੰ ਖਾਣਾ? Rashi, what does it mean? ਰਾਸ਼ੀ ਇਹਦਾ ਮਤਲਬ ਕੀ ਹੈ? ਪਰਮੇਸ਼ਰ ਦੇ ਵਚਨ ਨੂੰ ਵੀ ਮਤਲਬ ਲੈਣਾ, ਉਹਦੇ ਲਈ ਮਤਲਬ ਆਤਮਾ ਦੀ ਜਿਹੜੀ ਸਾਡੀ ਉਹਨੂੰ ਆਪਣੀ ਪਰਸਨਲ ਲਾਈਫ ਦੇ ਵਿੱਚ ਆਪਾਂ ਕਿੱਦਾਂ ਲੈ ਰਹੇ ਹਾਂ, ਕਿ ਆਪਾਂ ਜੋ ਵਚਨ ਸੁਣਦੇ ਹਾਂ ਜਾਂ ਰੀਡ ਕਰਦੇ ਹਾਂ ਉਹਨੂੰ ਆਪਾਂ ਆਪਣੀ ਪਰਸਨਲ ਲਾਈਫ ਦੇ ਵਿੱਚ ਵੀ ਲਾਗੂ ਕਰ ਰਹੇ ਹਾਂ ਜਾਂ ਨਹੀਂ, ਉਹਦੇ ਤੇ ਚੱਲ ਰਿਹਾ ਜਾਂ ਨਹੀਂ। Whatever we are reading, we are applying in our life or no, we are standing on that or no. Okay, that's good. Okay, so the important thing is for us to read the word of God. ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਖੁਦਾਵੰਦ ਦੇ ਵਚਨ ਨੂੰ ਪੜ੍ਹਨ ਦੇ ਲਈ ਸਾਡੇ ਲਈ। For the body, we eat our normal food. ਤੇ ਫਿਰ ਸਰੀਰ ਦੇ ਲਈ ਤਾਂ ਅਸੀਂ ਇੱਕ ਆਮ ਖਾਣਾ ਖਾ ਲੈਂਦੇ ਹਾਂ, But for the spiritual life, ਪਰ ਆਤਮਿਕ ਜ਼ਿੰਦਗੀ ਦੇ ਲਈ you need spiritual food. ਤਾਂ ਤੁਹਾਨੂੰ ਕੀ ਆਤਮਿਕ ਫੂਡ ਦੀ ਲੋੜ ਹੈ? How many of you really eat spiritual food every day? ਤੇ ਕਿੰਨੇ ਜਣੇ ਜਿਹੜੇ ਹਰ ਰੋਜ਼ ਜੋ ਆਤਮਿਕ ਫੂਡ ਹੈ ਉਹਨੂੰ ਖਾ ਰਹੇ ਹੈਗੇ? If you haven't, you need to eat. ਜੇ ਤੁਸੀਂ ਨਹੀਂ ਕਰ ਰਹੇ ਤਾਂ ਤੁਹਾਨੂੰ ਕੀ ਜ਼ਰੂਰਤ ਹੈ, ਉਸ ਨੂੰ ਕਰੋ। Morning, afternoon, evening, night. ਕੀ ਹੈ, ਸਵੇਰੇ, ਦੁਪਹਿਰੇ, ਸ਼ਾਮ ਨੂੰ, ਰਾਤ ਨੂੰ। The more you eat, the more stronger your spiritual life will get. ਤੇ ਜਿੰਨਾ ਜ਼ਿਆਦਾ ਤੁਸੀਂ ਖਾਵੋਗੇ ਤੁਹਾਨੂੰ ਤੁਹਾਡੀ ਆਤਮਿਕ ਜ਼ਿੰਦਗੀ ਉਨੀ ਜ਼ਿਆਦਾ ਮਜ਼ਬੂਤ ਬਣਦੀ ਜਾਵੇਗੀ। Okay? ਹਾਲੇਲੂਇਆ। The reason why I say that is Jesus, he said, my words, he said in John chapter 6 verse 63. ਯੋਹੰਨਾ 6 ਦੀ 6:63. 6 ਦੀ 63 ਦੇ ਵਿੱਚ ਕਿਹਾ ਗਿਆ ਕਿ He said, the words I have spoken to you, ਜੋ ਸ਼ਬਦ ਮੈਂ ਤੁਹਾਡੇ ਨਾਲ ਬੋਲੇ ਹੈ, they are spirit ਤੇ ਉਹਨਾਂ ਵਿੱਚ ਆਤਮਾ, and they are life. ਉਹਨਾਂ ਵਿੱਚ ਹੀ ਜ਼ਿੰਦਗੀ ਹੈ। Amen? ਆਮੇਨ। Okay, now look back at me. ਤਾਂ ਮੇਰੇ ਵੱਲ ਦੁਬਾਰਾ ਦੇਖੋ। When Jesus says, my words are life, what does it mean to you? ਤੇ ਜਦੋਂ ਯਿਸੂ ਮਸੀਹ ਨੇ ਕਿਹਾ ਕਿ ਮੇਰੇ ਸ਼ਬਦਾਂ ਦੇ ਵਿੱਚ ਜ਼ਿੰਦਗੀ, ਇਹਦਾ ਮਤਲਬ ਕੀ ਹੈ? ਮਤਲਬ ਉਹਦੇ ਵਚਨ ਆ ਜਿਹੜੇ ਉਹ ਜਿੰਦਾ ਨੇ। They're not dead words, they're live words. Yes. On Sunday we spoke about the eagle only eats fresh food. ਤੇ ਜਿਹੜੇ ਯਿਸੂ ਮਸੀਹ ਦੇ ਦੁਆਰਾ ਬੋਲੇ ਗਏ ਵਚਨ ਹੈ ਨਾ, ਉਹ ਜਿਉਂਦੇ ਆ, ਉਹ ਮਰੇ ਨਹੀਂ ਹੈਗੇ। ਤੇ ਜਿਵੇਂ ਕਿ ਲਾਸਟ ਸੰਡੇ ਅਸੀਂ ਬਾਜ ਬਾਰੇ ਗੱਲ ਕੀਤੀ ਸੀਗੀ ਕਿ ਉਹ ਮਰਿਆ ਹੋਇਆ ਖਾਣਾ ਨਹੀਂ ਖਾਂਦਾ, ਉਹ ਹਮੇਸ਼ਾ ਫਰੈਸ਼ ਖਾਣਾ ਖਾਂਦਾ ਗਾ। So if you do not have the words of Jesus in your life is dead. ਤੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਦਾਵੰਦ ਯਿਸੂ ਮਸੀਹ ਦਾ ਜੋ ਵਚਨ ਸਾਡੇ ਨਾਲ ਬੋਲੇ ਨਹੀਂ ਹੈਗੇ, ਤਾਂ ਕੀ ਹੈ, ਤੁਹਾਡੀ ਆਤਮਿਕ ਜ਼ਿੰਦਗੀ ਜਿਹੜੀ ਉਹ ਮਰੀ ਹੋਈ ਹੈ। You'll say how? ਤੇ ਤੁਸੀਂ ਕਹਿ ਸਕਦੇ ਹੋ ਕਿਵੇਂ? When Satan came to tempt Jesus, ਤੇ ਜਦੋਂ ਸ਼ੈਤਾਨ ਆਇਆ ਸੀਗਾ ਖੁਦਾਵੰਦ ਯਿਸੂ ਮਸੀਹ ਦਾ ਪਰਦੇਵਾ ਲੈਣ ਦੇ ਲਈ, in Matthew chapter 4 verse 4, ਤੇ ਮਤੀ ਦੀ 4:4 ਵਿੱਚ Jesus was in the desert, fasted for 40 days. ਤੇ ਯਿਸੂ ਮਸੀਹ ਕੀ ਉਸ ਟਾਈਮ ਰੇਗਿਸਤਾਨ ਦੇ ਵਿੱਚ ਸੀਗਾ, 40 ਦਿਨਾਂ ਦੇ ਵਰਤ ਦੇ ਉੱਪਰ ਕੁਝ ਨਹੀਂ ਖਾ ਪੀ ਰਿਹਾ। Satan came to him ਤੇ ਉਸ ਸਮੇਂ ਸ਼ੈਤਾਨ ਉਸ ਕੋਲ ਆਇਆ and said to Jesus, ਤੇ ਯਿਸੂ ਮਸੀਹ ਨੂੰ ਕਿਹਾ, turn these stones into bread ਤੇ ਉਹਨੇ ਕਿਹਾ ਪੱਥਰ ਨੂੰ ਰੋਟੀ ਵਿੱਚ ਬਦਲ ਦੇ so you can eat it. ਤੇ ਤੂੰ ਤਾਂ ਜੋ ਖਾ ਸਕੇ। What did Jesus say to him? ਤੇ ਯਿਸੂ ਮਸੀਹ ਨੇ ਉਸ ਨੂੰ ਕੀ ਕਿਹਾ ਸੀ?
ਉਹਨੇ ਕਿਹਾ Yeah, he said, it is written, ਤੇ ਉਹਨੇ ਕਿਹਾ ਕਿ ਇਹ ਲਿਖਿਆ ਹੋਇਆ ਹੈ man shall not live ਤੇ ਜਿਹੜਾ ਇਨਸਾਨ ਹੈ ਉਹ ਸਿਰਫ ਜਿਉਂਦਾ ਹੀ ਨਹੀਂ on bread alone, ਰੋਟੀ ਦੇ ਉੱਤੇ but on every word that comes from the mouth of God. ਤੇ ਉਹ ਸਾਰੇ ਸ਼ਬਦਾਂ ਦੇ ਉੱਪਰ ਵੀ ਜਿਉਂਦਾਗਾ ਜੋ ਖੁਦਾਵੰਦ ਪਰਮੇਸ਼ਵਰ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਵਚਨ ਨੇ You understand? That's what he said. ਤੁਸੀਂ ਸਮਝਿਓ ਉਹਨੇ ਕੀ ਕਿਹਾ That is not me saying. ਉਹ ਮੈਂ ਨਹੀਂ ਕਹਿ ਰਿਹਾ ਹੈਗਾ ਉਹ ਵਚਨ ਕਹਿ ਰਿਹਾ ਹੈਗਾ ਉਹ ਯਿਸੂ ਮਸੀਹ ਨੇ ਕਿਹਾ ਸੀ So that is how important this word means to every one of us. ਤੇ ਉਸੇ ਤਰ੍ਹਾਂ ਕੀ ਹੈ ਇਹ ਜਿਹੜਾ ਵਚਨ ਹੈ ਹਰ ਇੱਕ ਦੀ ਜ਼ਿੰਦਗੀ ਦੇ ਲਈ ਬਹੁਤ ਮਾਇਨੇ ਰੱਖਦਾ ਤੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਤੁਸੀਂ ਸੋਚ ਸਕਦੇ ਹੋ That is your choice how you take it. ਤੇ ਤੁਹਾਡੀ ਚੋਇਸ ਹੈ ਕਿ ਤੁਸੀਂ ਇਸ ਨੂੰ ਕਿਵੇਂ ਲੈ ਰਹੇ ਹੋ You may think it doesn't matter. ਮੈਂ ਹੋ ਸਕਦਾ ਤੁਸੀਂ ਸੋਚੋ ਕਿ ਇਹਦਾ ਕੋਈ ਮਤਲਬ ਨਹੀਂ It will affect you. ਉਹ ਤੁਹਾਨੂੰ ਪ੍ਰਭਾਵਿਤ ਕਰੂਗਾ If you use it, ਜੇ ਤੁਸੀਂ ਇਹਨੂੰ ਵਰਤੋਗੇ it will benefit you. ਤੇ ਉਹ ਤੁਹਾਡੇ ਲਈ ਕੁਝ ਨਾ ਕੁਝ ਚੰਗਾ ਲੈ ਕੇ ਆਵੇਗਾ So Jesus said to Satan, he didn't talk about who he was. He said, it is written. ਤੇ ਯਿਸੂ ਮਸੀਹ ਨੇ ਸ਼ੈਤਾਨ ਨੂੰ ਕਿਹਾ ਉਹਨੇ ਇਹ ਨਹੀਂ ਕਿਹਾ ਕਿ ਮੈਂ ਕੌਣ ਹੈ ਉਹਨੇ ਕਿਹਾ ਇਹ ਲਿਖਿਆ ਹੋਇਆਗਾ He used the word. ਉਹਨੇ ਵਰਤਿਆ ਬੱਚਨ ਨੂੰ ਵਰਤਿਆ The second time Satan tempted him. ਤੇ ਦੂਜੀ ਵਾਰ ਜਦੋਂ ਸ਼ੈਤਾਨ ਨੇ ਉਹਨੂੰ ਭਟਕਾਇਆ A high hill. ਤੇ ਉਹਨੂੰ ਇੱਕ ਉੱਚੀ ਪਹਾੜੀ ਦੇ ਉੱਪਰ ਲੈ He ਗਿਆ said, throw yourself down. ਤੇ ਉਹਨੇ ਕਿਹਾ ਆਪਣੇ ਆਪ ਦੀ ਜ਼ਿੰਦਗੀ ਨੂੰ ਥੱਲੇ ਸਿੱਟ ਦੇ He said, the angels will lift you up. ਤੇ ਉਹਨੇ ਕਿਹਾ ਜਿਹੜੇ ਸਵਰਗਦੂਤ ਹੈ ਜਿਹੜੇ ਉਹ ਤੈਨੂੰ ਚੱਕ ਲੈਣਗੇ Now Satan also knows the word of God. ਕਿਉਂਕਿ ਸ਼ੈਤਾਨ ਹੈ ਜਿਹੜਾ ਉਹ ਵੀ ਬੱਚਨ ਨੂੰ ਜਾਣਦਾ ਹੈ So what he said to him was exactly the word of God in Psalms 91. ਤੇ ਉਹ ਕੀ ਕਹਿ ਰਿਹਾ ਸੀਗਾ ਜਿਹੜਾ ਲਿਖਿਆ ਹੋਇਆ ਹੈਗਾ ਉਹ ਸ਼ੈਤਾਨ ਯਿਸੂ ਮਸੀਹ ਨੂੰ ਕਹਿ ਰਿਹਾ ਸੀਗਾ ਸਾਮ 91 ਦੇ ਵਿੱਚ ਲਿਖਿਆ ਹੈ ਸਾਮ 91 Psalm 91. ਯਾ But Jesus replied again. ਬਹੁਤ ਜ਼ਬੂਰ ਸੌਰੀ ਜੀਸਸ Jesus replied back again to him and said, it is written, ਤੇ ਯਿਸੂ ਮਸੀਹ ਨੇ ਫਿਰ ਉਸ ਨੂੰ ਉੱਤਰ ਦਿੱਤਾ ਕਿ ਇਹ ਲਿਖਿਆ ਹੋਇਆ ਹੈਗਾ do not test the Lord your God. ਤੇ ਉਹਨੇ ਕਿਹਾ ਗਿਆ ਕਿ ਆਪਣੇ ਪਰਮੇਸ਼ਵਰ ਨੂੰ ਕਦੇ ਵੀ ਟੈਸਟ ਨਾ ਕਰੋ So Satan, he knows this. ਸ਼ੈਤਾਨ ਜਾਣਦਾ ਸੀਗਾ How much do you know it? ਤੁਸੀਂ ਕਿੰਨਾ ਜਾਣਦੇ ਹੋ If you do not know this word, ਜੇ ਤੁਸੀਂ ਇਸ ਬੱਚਨ ਨੂੰ ਨਹੀਂ ਜਾਣਦੇ do you stand a chance against Satan? ਤੇ ਤੁਸੀਂ ਕੀ ਹੈ ਤੁਸੀਂ ਜਿਹੜਾ ਉਹ ਸ਼ੈਤਾਨ ਜਿਹੜਾ ਚਾਂਸ ਲੈ ਰਿਹਾ ਤੁਸੀਂ ਉਹਦੇ ਅੱਗੇ ਫਿੱਕੇ ਪੈ ਸਕਦੇ ਹੋ So when a time comes that you need to face him, ਜਦੋਂ ਸਮਾਂ ਆਵੇਗਾ ਤੁਹਾਨੂੰ ਉਸ ਨੂੰ ਫੇਸ ਕਰਨਾ ਪਵੇਗਾ ਸ਼ੈਤਾਨ ਨੂੰ what will you face him with? ਤੇ ਤੁਸੀਂ ਕਿਸ ਚੀਜ਼ ਨਾਲ ਉਸ ਦਾ ਸਾਹਮਣਾ ਕਰੋਗੇ Not in your words. ਤੁਸੀਂ ਆਪਦੇ ਸ਼ਬਦਾਂ ਨਾਲ ਨਹੀਂ ਉਹਦਾ ਸਾਹਮਣਾ ਕਰ You ਸਕਦੇ have to use this word of God. ਤੇ ਤੁਹਾਨੂੰ ਕੀ ਹੈ ਵਚਨ ਨੂੰ ਵਰਤਣ ਦੀ ਜ਼ਰੂਰਤ ਹੈ ਖੁਦਾ ਦੇ ਵਚਨ Because the only word, ਤੇ ਸੌਰੀ the only word ਤੇ ਜਿਹੜਾ ਵਚਨ ਹੈ ਉਹੀ that Satan fears, ਜਿਹੜਾ ਸ਼ੈਤਾਨ ਹੈ ਡਰਦਾਗਾ the name of Jesus, ਯਿਸੂ ਮਸੀਹ ਦੇ ਨਾਮ ਤੋਂ the word of God, ਖੁਦਾਵੰਦ ਦੇ ਵਚਨ ਤੋਂ and the blood of Jesus. ਤੇ ਖੁਦਾਵੰਦ ਦੇ ਲਹੂ ਤੋਂ Most of you have seen deliverances happening here. ਤੇ ਬਹੁਤ ਸਾਰੇ ਲੋਕਾਂ ਨੇ ਦੇਖਿਆ ਗਿਆ ਕਿ ਇੱਥੇ ਛੁਟਕਾਰੇ ਹੁੰਦੇ ਆ What stops Satan? ਕੀ ਚੀਜ਼ ਹੈ ਜਿਹੜੀ ਸ਼ੈਤਾਨ ਨੂੰ ਰੋਕਦੀ ਹੈ The name of Jesus, ਯਿਸੂ ਮਸੀਹ ਦਾ ਨਾਮ the blood of Jesus. ਯਿਸੂ ਮਸੀਹ ਦਾ ਲਹੂ There is no other name, ਉੱਥੇ ਕੋਈ ਹੋਰ ਨਾਮ ਨਹੀਂ ਹੈਗਾ there is nothing else ਤੇ ਉੱਥੇ ਹੋਰ ਕੁਝ ਨਹੀਂ ਹੈਗਾ that will stop him. ਤੇ ਜਿਹੜਾ ਕਿ ਸ਼ੈਤਾਨ ਨੂੰ ਰੋਕ I've ਸਕਦਾ seen ਮੈਂ ਦੇਖਿਆ ਗਿਆ ਹੈ over different places. ਮੈਂ ਬਹੁਤ ਸਾਰੀ ਜਗ੍ਹਾ ਤੇ ਦੇਖਿਆ There ਹੈ is nothing else ਤੇ ਉੱਥੇ ਕੁਝ ਨਹੀਂ ਹੋਰ ਹੈਗਾ ਜਿਹੜਾ ਉਹਨੂੰ that ਰੋਕ will ਸਕਦਾ stop him. ਜਦੋਂ ਕਿਹਾ ਜਾਂਦਾ ਕਿ ਯਿਸੂ ਮਸੀਹ ਦੇ ਨਾਮ ਤੇ ਰੁਕ ਜਾ ਤੇ ਉਹ ਕਿਵੇਂ ਰੁਕਦਾ And the blood of Jesus. ਜਦੋਂ ਕਹਿੰਦੇ ਆ ਬਲੱਡ ਆਫ ਖੁਦਾਵੰਦ ਯਿਸੂ ਮਸੀਹ ਦੇ ਲਹੂ ਦੇ ਵਿੱਚ Because the blood is what defeated Satan on the cross. ਕਿ ਜਿਹੜਾ ਲਹੂ ਹੈ ਜਿਸ ਨੇ ਕ੍ਰਾਸ ਦੇ ਉੱਪਰ ਜਾ ਕੇ ਸ਼ੈਤਾਨ ਨੂੰ ਹਰਾਇਆ ਸੀ When you say the blood, you will see them back off. ਤੇ ਜਦੋਂ ਤੁਸੀਂ ਕਹਿੰਦੇ ਖੂਨ ਯਿਸੂ ਮਸੀਹ ਦਾ ਲਹੂ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਸ਼ੈਤਾਨ ਉਹ ਤੋਂ ਪੁੱਠਾ ਹੋ ਜਾਂਦਾ Because they know what the result is. ਤੇ ਉਹ ਜਾਣਦੇ ਆ ਕਿ ਇਹਦਾ ਨਤੀਜਾ ਕੀ ਹੋਵੇਗਾ ਜੇ ਉੱਥੇ ਉਹ ਰੋਕਣਗੇ Yeah? So that is why this becomes very powerful. ਤੇ ਇਸੇ ਕਰਕੇ ਕੀ ਹੈ ਕਿ ਉਹ ਬਹੁਤ ਪ੍ਰਭਾਵਸ਼ਾਲੀ ਤੇ I've ਸ਼ਕਤੀਸ਼ਾਲੀ seen some people try to cast out demons using a different name. ਤੇ ਕੀ ਹੈ ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਹੈ ਜਿਹੜੇ ਬੁਰੀਆਂ ਤੇ ਦੁਸ਼ਟ ਆਤਮਾਵਾਂ ਨੂੰ ਕੱਢਦੇ ਆ ਕੁਝ ਹੋਰ ਚੀਜ਼ ਦਾ ਨਾਮ ਲੈ ਕੇ ਟਰਾਈ ਕਰਦੇ ਹੋ ਕੱਢਣ ਦੀ Or trying to use their own strength. ਤੇ ਕੀ ਆ ਉਹ ਟਰਾਈ ਕਰ ਰਹੇ ਹੁੰਦੇ ਆ ਉਹ ਆਪਣੀ ਤਾਕਤ ਦੇ ਨਾਲ The demons do not fear you. ਪਰ ਜਿਹੜੀਆਂ ਦੁਸ਼ਟ ਆਤਮਾਵਾਂ ਉਹ ਤੁਹਾਨੂੰ ਨਹੀਂ ਡਰਦੀਆਂ They fear who is inside of you. ਉਹ ਉਸ ਤੋਂ ਡਰਦੀਆਂ ਜੋ ਤੁਹਾਡੇ ਅੰਦਰ ਹੈਗਾ He that is in you is greater than he that is in the world. ਤੇ ਉਹ ਜੋ ਤੁਹਾਡੇ ਅੰਦਰ ਹੈ ਮਹਾਨ ਹੈ ਜੋ ਇਸ ਸੰਸਾਰ ਦੇ ਵਿੱਚ ਹੈ See, the Holy Spirit
lives inside of you. ਕਿਉਂਕਿ ਜੋ ਪਵਿੱਤਰ ਆਤਮਾ ਜੀ ਉਹ ਸਾਡੇ ਅੰਦਰ ਰਹਿੰਦੀ ਹੈ। That is what the Satan, when he looks, he can see the Spirit of God inside of you. ਤੇ ਜਿਹੜਾ ਸ਼ੈਤਾਨ ਹੈ ਉਸੇ ਚੀਜ਼ ਨੂੰ ਦੇਖਦਾ, ਜਦੋਂ ਤੁਸੀਂ ਬੋਲਦੇ ਹੋ ਤਾਂ ਸ਼ੈਤਾਨ ਉਸ ਚੀਜ਼ ਨੂੰ ਮਹਿਸੂਸ ਕਰ ਸਕਦਾ, ਉਸ ਚੀਜ਼ ਨੂੰ ਦੇਖ ਸਕਦਾ ਜੋ ਪਵਿੱਤਰ ਆਤਮਾ ਤੁਹਾਡੇ ਅੰਦਰ ਹੈ। So that's why today we are talking about the Word of God. ਤਾਂ ਕਰਕੇ ਅਸੀਂ ਕੀ ਹੈ, ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਖੁਦਾਵੰਦ ਦੇ ਵਚਨ ਦੇ ਬਾਰੇ। If you think that what I just said does not work, ਜੇ ਤੁਸੀਂ ਸੋਚ ਰਹੇ ਹੋ ਕਿ ਜੋ ਮੈਂ ਕਿਹਾਗਾ ਕਿ ਉਹ ਕੰਮ ਨਹੀਂ ਕਰਦਾਗਾ, try something else ਤਾਂ ਹੋਰ ਚੀਜ਼ ਤੁਸੀਂ ਕੁਝ ਵਰਤ ਕੇ and ਦੇਖੋ you'll find out for yourself. ਤੇ ਤੁਸੀਂ ਉਸ ਨੂੰ ਲੱਭ ਲਓਗੇ ਕਿਹੜੀ ਚੀਜ਼ ਸਹੀ ਹੈ ਕਿਹੜੀ ਗਲਤ ਹੈ। I've seen many people, ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ, scholars, they're like scholar professors. ਹਾਂ ਸਕੂਲ ਦੇ ਪ੍ਰੋਫੈਸਰ ਹੁੰਦੇ ਨੇ, They think, no, we can do this. I said, try it. ਉਹ ਕਹਿੰਦੇ, ਉਹ ਸੋਚਦੇ ਆ ਕਿ ਹਾਂ ਮੈਂ ਇਹ ਕਰ ਸਕਦਾ, ਮੈਂ ਉਹਨਾਂ ਨੂੰ ਕਹਿੰਦਾ ਕਰੋ, And then finally they admit, no, it's not working. ਤੇ ਲਾਸਟ ਤੇ ਜਾ ਕੇ ਕੀ ਉਹ ਮੰਨ ਲੈਂਦੇ ਆ ਕਿ ਨਹੀਂ ਇਹ ਕੰਮ ਨਹੀਂ And I ਕਰਨਾ। will say to them, look, in Jesus' name, ਤੇ ਮੈਂ ਉਹਨਾਂ ਨੂੰ ਕਹਿਣਾਗਾ ਯਿਸੂ ਮਸੀਹ ਦੇ ਨਾਮ ਤੇ ਰੁਕ ਜਾ, and it stops. ਤੇ ਉਹ ਰੁਕ ਜਾਂਦਾ। You have witnessed it over the few times here. ਉਹ ਗਵਾਹ ਵੀ ਉਹ ਬੜੀਆਂ ਜਗ੍ਹਾ ਦੇ ਉੱਪਰ ਬਹੁਤ ਸਾਰੇ ਲੋਕ। That is the authority and the power that we have inside of us. ਤੇ ਜਿਹੜੀ ਇੱਕ ਅਥਾਰਟੀ ਹੈ ਸਾਡੇ ਕੋਲ, ਇੱਕ ਅਧਿਕਾਰ ਹੈ ਤੇ ਇੱਕ ਮਸਾਗਾ ਜੋ ਸਾਡੇ ਅੰਦਰ ਹੈ। See, the Word of God is so powerful. ਤੇ ਤੁਸੀਂ ਦੇਖ ਸਕਦੇ ਹੋ ਕਿ ਖੁਦਾਵੰਦ ਦਾ ਵਚਨ ਹੈ ਜਿਹੜਾ ਉਹ ਬਹੁਤ ਸ਼ਕਤੀਸ਼ਾਲੀ ਹੈ। You know the story of the centurion? ਤੁਸੀਂ ਸੈਂਚੂਰੀਅਨ ਦੀ ਸਟੋਰੀ ਨੂੰ ਜਾਣਦੇ ਹੋ? It is in the book of Matthew. The centurion was a Roman soldier. ਤੇ ਇਹ ਮਤੀ ਦੀ ਕਿਤਾਬ ਦੇ ਵਿੱਚ ਹੈਗਾ, ਜਿਹੜਾ ਸੈਂਚੂਰੀਅਨ ਸੀਗਾ ਉਹ ਰੋਮਨ ਸੋਲਜਰ ਸੀਗਾ, ਆਰਮੀ ਦੇ ਵਿੱਚ ਸੀਗਾ ਉੱਥੇ ਦੇ ਰੋਮ His ਦੀ। servant was sick. ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਹਦਾ ਨੌਕਰ ਸੀਗਾ ਉਹ ਬਿਮਾਰ ਹੋ ਗਿਆ ਸੀਗਾ। Now, centurion is a very powerful man. ਸੈਂਚੂਰੀਅਨ ਕੀ ਹੈ, ਸੂਬੇਦਾਰ ਸੀਗਾ ਜਿਹੜਾ ਉਹ ਬੜਾ ਪਾਵਰਫੁਲ He ਬੰਦਾ had ਸੀਗਾ, a lot of people under him. ਤੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਉਹਦੇ ਥੱਲੇ ਕੰਮ ਕਰਦੇ ਸੀ। He recognized ਪਰ ਉਹਨੇ ਜਾਣਿਆ that he came to Jesus. ਤੇ ਉਹ ਯਿਸੂ ਮਸੀਹ ਕੋਲੇ ਆਇਆ, Why did he not go to anybody else? ਤੇ ਉਹ ਹੋਰ ਕਿਸੇ ਕੋਲ ਕਿਉਂ ਨਹੀਂ ਗਿਆਗਾ? He knew ਉਹ ਜਾਣਦਾ ਸੀ the answer was with Jesus. ਤੇ ਜਿਹੜਾ ਉੱਤਰ ਹੈ ਉਹ ਯਿਸੂ ਮਸੀਹ ਦੇ ਨਾਲ ਹੈ। And he said to Jesus, ਤੇ ਉਹਨੇ ਯਿਸੂ ਮਸੀਹ ਨੂੰ ਕਿਹਾ, my servant is sick at home. ਤੇ ਉਹਨੇ ਕਿਹਾ ਮੇਰਾ ਨੌਕਰ ਹੈ ਜਿਹੜਾ ਘਰੇ ਬਿਮਾਰ ਪਿਆਗਾ, He was quite far away. ਤੇ ਉਹਦਾ ਘਰ ਸੀਗਾ ਜਿਹੜਾ ਉਹ ਬਹੁਤ ਦੂਰ ਸੀਗਾ। So Jesus said to him, I will go with you. ਤੇ ਯਿਸੂ ਮਸੀਹ ਨੇ ਕਿਹਾ ਕਿ ਹਾਂ ਚੱਲ ਮੈਂ ਤੇਰੇ ਨਾਲ But ਚੱਲਦਾ। this soldier, this commander, this centurion said to Jesus, ਤੇ ਜਿਹੜਾ ਉਹ ਸੂਬੇਦਾਰ ਸੀਗਾ ਉਹਨੇ ਯਿਸੂ ਮਸੀਹ ਨੂੰ ਕਿਹਾ, just say the word. ਉਹਨੇ ਕਿਹਾ ਜਸਟ ਆਪਣੇ ਮੂੰਹ ਤੋਂ ਵਚਨ ਹੀ ਬੋਲ ਦੇ, ਆਪਣੇ ਮੂੰਹ ਤੋਂ ਕਹਿ ਦੇ And it will be done. ਤੇ ਉਹ ਹੋ ਜਾਵੇਗਾ। Jesus was surprised. ਤੇ ਯਿਸੂ ਮਸੀਹ ਕੀ ਉਹ ਤੇ ਸਰਪ੍ਰਾਈਜ਼ ਹੋਇਆ, ਬਹੁਤ ਅਚੰਭਿਤ ਹੋਇਆ। The faith of this man. ਜਿਹੜਾ ਵਿਸ਼ਵਾਸ ਸੀਗਾ ਉਸ ਬੰਦੇ ਦਾ, And all he said was speak the word. ਤੇ ਉਹਨੇ ਬਸ ਇੱਕੋ ਹੀ ਗੱਲ ਕਹੀ ਯਿਸੂ ਮਸੀਹ ਨੂੰ ਦੇਖ ਕਿ ਤੁਸੀਂ ਮੂੰਹ ਤੋਂ ਬੋਲ ਦਿਓ ਉਹਦੇ ਲਈ ਬਸ। Then Jesus said, ਤਾਂ ਯਿਸੂ ਮਸੀਹ ਨੇ ਕਿਹਾ go, it will be well. ਤੇ ਤੂੰ ਕਿ ਉਹਨੇ ਯਿਸੂ ਮਸੀਹ ਨੇ ਕਿਹਾ ਜਾ ਕਿ ਉਹ ਚੰਗਾ ਹੋ ਚੁੱਕਿਆਗਾ। And his servant was well. ਤੇ ਜਿਹੜਾ ਉਹਦਾ ਨੌਕਰ ਸੀਗਾ ਉਹ ਸੱਚਮੁੱਚ ਚੰਗਾ ਹੋ ਗਿਆ ਸੀਗਾ। Now, how did that happen? ਤੇ ਤੁਸੀਂ ਹੁਣ ਦੱਸੋ ਕਿ ਉਹ ਚੀਜ਼ ਕਿਵੇਂ ਹੋਈ, ਉਹ ਹੈਪਨ ਸੀ ਜਿਹੜਾ ਉਹ ਕਿਵੇਂ ਹੋਈ? The word of God is, that's what I'm saying, is so powerful it can travel. ਤੇ ਤਾਂ ਕਰਕੇ ਮੈਂ ਕਹਿ ਰਿਹਾ ਕਿ ਜਿਹੜਾ ਖੁਦਾਵੰਦ ਦਾ ਵਚਨ ਹੈ ਨਾ ਉਹ ਬਹੁਤ ਪਾਵਰਫੁਲ ਹੈ, ਉਹ ਟਰੈਵਲ ਕਰ ਸਕਦਾ ਹੈ। Last time, remember, Rashi asked me to pray for somebody in India. ਤੇ ਲਾਸਟ ਟਾਈਮ ਰਾਸ਼ੀ ਨੇ ਪੁੱਛਿਆ ਸੀਗਾ ਕਿ ਕਿਸੇ ਲਈ ਪ੍ਰਾਰਥਨਾ ਕਰਿਓ ਇੰਡੀਆ ਦੇ ਵਿੱਚ। ਇੰਡੀਆ ਦੇ ਵਿੱਚ Was sick. ਯੈਸ Yeah. We prayed. She said she got healed. ਯੈਸ ਤੇ ਉਹ ਬਿਮਾਰ ਸੀਗਾ ਤੇ ਅਸੀਂ ਜਦੋਂ ਉਹਦੇ ਲਈ ਪ੍ਰਾਰਥਨਾ ਕੀਤੀ ਤੇ ਉਹ ਇੰਡੀਆ ਦੇ ਵਿੱਚ ਸੀਗਾ, ਈਵਨ ਕਿ ਅਸੀਂ ਇੱਥੇ ਸੀ ਪਰ ਉਹ ਚੰਗਾ ਹੋ ਗਿਆ ਸੀ ਉਹਦੇ। So the word goes through the phone and heals somebody there. ਤਾਂ ਕੀ ਹੈ ਜਿਹੜੇ ਵਚਨ ਹੈ, ਜਿਹੜਾ ਸ਼ਬਦ ਹੈ ਖੁਦਾਵੰਦ ਦਾ ਵਚਨ ਹੈ, ਉਹ ਈਵਨ ਕਿ ਫੋਨ ਦੇ ਥਰੂ ਜਾ ਕੇ ਵੀ ਲੋਕਾਂ ਨੂੰ ਚੰਗੇ ਕਰ ਸਕਦਾ So ਹੈ। you use the faith ਤੇ ਤੁਸੀਂ ਕੀ ਹੈ, ਵਿਸ਼ਵਾਸ ਨੂੰ ਵਰਤੋ and the power of God through the phone. You will see results. ਤੇ ਜਿਹੜਾ ਖੁਦਾਵੰਦ ਦੀ ਪਾਵਰ ਹੈ ਉਹਨੂੰ ਵਰਤੋ ਤੇ ਉਹ ਫੋਨ ਦੇ ਥਰੂ ਜਾ ਕੇ ਵੀ ਕਿਸੇ ਨੂੰ ਚੰਗਾ ਕਰ ਸਕਦੀ ਹੈ। So that's why it's important for you to know what this word says. ਤੇ ਇਸੇ ਲਈ ਤੁਹਾਨੂੰ ਜ਼ਰੂਰਤ ਹੈ ਕਿ ਇਹਨੂੰ ਜਾਣਨ ਦੀ ਕਿ ਵਚਨ ਹੈ ਜਿਹੜਾ ਕੀ ਕਹਿ ਰਿਹਾ ਹੈ। Because I've always said, ਤੇ ਮੈਂ ਹਮੇਸ਼ਾ ਕਹਿਣਾਗਾ you may have a Bible, ਤੁਹਾਡੇ ਕੋਲ ਬਾਈਬਲ ਹੋ ਸਕਦੀ ਹੈ it's of no use to you. ਤੇ ਇਹਦਾ ਤੁਹਾਨੂੰ ਕੋਈ ਯੂਜ਼ ਨਹੀਂ ਹੈਗਾ। If you just read it, ਜੇ ਤੁਸੀਂ ਇਹਨੂੰ ਪੜ੍ਹੀ ਜਾਓਗੇ it's of no use. ਉਹਦਾ ਕੋਈ ਮਤਲਬ ਨਹੀਂ। But when you meditate upon it, ਪਰ ਜਦੋਂ ਤੁਸੀਂ ਉਹਦੇ ਉੱਤੇ ਮੈਡੀਟੇਸ਼ਨ ਕਰੋਗੇ, ਉਹਨੂੰ ਦੁਬਾਰਾ ਇੱਕੋ ਚੀਜ਼ ਨੂੰ ਦੁਹਰਾਓਗੇ believe in it, ਤੇ ਉਹਦੇ ਵਿੱਚ ਵਿਸ਼ਵਾਸ ਕਰੋਗੇ and put it into action,
ਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਐਕਸ਼ਨ ਦੇ ਵਿੱਚ ਲੈ ਕੇ ਆਓਗੇ ਜੋ ਉੱਥੇ ਲਿਖਿਆ ਕਰੋਗੇ then it becomes effective. ਤਾਂ ਉਹ ਚੀਜ਼ ਹੈ ਜਿਹੜੀ ਉਸ ਸਮੇਂ ਪ੍ਰਭਾਵਸ਼ਾਲੀ ਬਣ ਜਾਂਦੀ ਹੈ ਤੇ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੰਦੀ ਹੈ। So if every day you're reading, morning, noon, lunchtime, break time, every time, if you're putting as much word into you, ਤੇ ਜਦੋਂ ਤੁਸੀਂ ਕੀ ਹੈ ਸਵੇਰੇ ਸ਼ਾਮ ਦੁਪਹਿਰ ਜਦੋਂ ਵੀ ਹੈ ਠੀਕ ਹੈ ਜਾਂ ਤੁਹਾਡਾ ਬ੍ਰੇਕ ਹੈ ਜਦੋਂ ਵੀ ਤੁਸੀਂ ਇਹਨੂੰ ਪੜ੍ਹ ਰਹੇ ਹੋ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਅਪਲਾਈ ਕਰ ਰਹੇ ਹੋ when any situation comes your way, ਕੋਈ ਵੀ ਹਾਲਾਤ ਤੁਹਾਡੀ ਜ਼ਿੰਦਗੀ ਦੇ ਵਿਚਾਲੇ ਆ ਕੇ ਖੜ ਜਾਂਦੇ ਆ you are ready to use it. ਤਾਂ ਤੁਸੀਂ ਕੀ ਉਸ ਸਮੇਂ ਤਿਆਰ ਹੁੰਦੇ ਹੋ ਜੋ ਬਚਨ ਦੇ ਵਿੱਚ ਲਿਖਿਆ ਉਹਨੂੰ ਵਰਤਣ ਦੇ ਲਈ। But if you don't know, ਪਰ ਜੇ ਤੁਸੀਂ ਜਾਣਦੇ ਨਹੀਂ what are you going to say? ਤੁਸੀਂ ਕੀ ਕਹੋਗੇ Then you start ringing everybody. ਤਾਂ ਤੁਸੀਂ ਕੀ ਉਸ ਤੋਂ ਬਾਅਦ ਫੋਨ ਕਰਨਾ ਸ਼ੁਰੂ ਕਰ ਦਿੰਦੇ ਹੋ ਪ੍ਰੇ ਫॉर ਮੀ ਪ੍ਰਾਰਥਨਾ ਕਰੋ ਮੇਰੇ ਲਈ ਪ੍ਰਾਰਥਨਾ ਕਰੋ ਮੇਰੇ ਲਈ ਪ੍ਰਾਰਥਨਾ ਕਰੋ। It is good ਇਹ ਚੰਗਾ ਗਾ to pray. ਪ੍ਰਾਰਥਨਾ ਕਰਨੀ You need to grow now. ਪਰ ਤੁਹਾਨੂੰ ਕੀ ਹੁਣ ਵਧਣ ਦੀ ਲੋੜ ਹੈ You have ਉੱਪਰ to ਉੱਠਣ ਦੀ ਲੋੜ strengthen ਹੈ yourself. ਤੁਹਾਨੂੰ ਕੀ ਆਪਣੇ ਆਪ ਨੂੰ ਹੁਣ ਮਜ਼ਬੂਤ ਕਰਨ ਦੀ Put ਲੋੜ ਹੈ some effort into your life ਤੁਹਾਨੂੰ ਕੀ ਥੋੜੀ ਜਿਹੀ ਕੋਸ਼ਿਸ਼ ਕਰੋ ਆਪਣੀ ਜ਼ਿੰਦਗੀ ਦੇ ਲਈ because it will help you. ਤਾਂ ਉਹ ਤੁਹਾਡੀ ਮਦਦ ਕਰੇਗਾ। Okay? Secondly, ਦੂਜੀ ਚੀਜ਼ how do we grow? We breathe. ਅਸੀਂ ਕਿਵੇਂ ਵੱਧ ਸਕਦੇ ਹਾਂ ਅਸੀਂ ਕਿਵੇਂ ਸਾਹ ਲੈ ਸਕਦੇ ਹਾਂ ਚਲੋ What is our breath? ਸਾਹ ਕੀ ਹੈ ਸਾਡਾ Is prayer. ਕੀ ਹੈ ਪ੍ਰਾਰਥਨਾ Prayer is the breath of the soul. ਕੀ ਹੈ ਜਿਹੜੀ ਪ੍ਰਾਰਥਨਾ ਕੀ ਉਹ ਸਾਡੀ ਆਤਮਾ ਦੇ ਲਈ ਇੱਕ ਸਾਹ ਦਾ ਕੰਮ ਕਰਦੀ ਹੈ। In the book of Thessalonians 5 verse 17 it says, pray continuously. ਤੇ ਫਸਟ ਥੈਸਲੋਨੀਅਨਸ 5:17 ਦੇ ਵਿੱਚ ਲਿਖਿਆ ਗਿਆ ਕਿ ਜਿਹੜੀ ਪ੍ਰਾਰਥਨਾ ਉਹਨੂੰ ਲਗਾਤਾਰ ਕਰਦੇ ਰਹੋ। Amen. ਆਮੇਨ। When it says pray continuously, what does it mean to you? ਜਦੋਂ ਉੱਥੇ ਲਿਖਿਆ ਗਿਆ ਕਿ ਪ੍ਰਾਰਥਨਾ ਲਗਾਤਾਰ ਕਰਦੇ ਰਹੋ ਕੀ ਮਤਲਬ ਹੈ ਇਹਦਾ? Yeah? What does it mean to you? ਇਹਦਾ ਤੁਹਾਡੇ ਲਈ ਕੀ ਮਤਲਬ ਹੈ ਕਿ ਪ੍ਰਾਰਥਨਾ ਕਰਦੇ ਰਹੋ ਲਗਾਤਾਰ? ਸਾਡੇ ਸਾਥ ਹੋਵੇ All the time. Yeah? People sometimes think, I will pray in the morning for 5 minutes and that's it. ਕਈ ਵਾਰੀ ਲੋਕ ਕੀ ਕਹਿੰਦੇ ਮੈਂ ਸਵੇਰ 5 ਮਿੰਟ ਪ੍ਰਾਰਥਨਾ ਕਰਾਂਗੇ ਬਸ ਬਹੁਤ ਹੈ। Do you eat only food in the morning and don't eat all day? ਕੀ ਤੁਸੀਂ ਸਵੇਰ ਹੀ ਖਾਣਾ ਖਾਂਦੇ ਹੋ ਤੇ ਸਾਰਾ ਦਿਨ ਭੁੱਖੇ ਰਹਿੰਦੇ? You eat food every day, all the time. ਤੁਸੀਂ ਕੀ ਹਰ ਸਮੇਂ ਖਾਣਾ ਖਾਂਦੇ ਹੋ ਜਦੋਂ ਤੁਹਾਨੂੰ ਜ਼ਰੂਰਤ ਪੈਂਦੀ ਹੈ? You need this food. ਤੇ ਤੁਹਾਨੂੰ ਕੀ ਉਸੇ ਤਰੀਕੇ ਦੇ ਨਾਲ ਆਤਮਿਕ ਫੂਡ ਦੀ ਵੀ ਲੋੜ ਹੈ। That's why it says pray continuously. ਤਾਂ ਇਸੇ ਕਰਕੇ ਕਿਹਾ ਗਿਆ ਕਿ ਪ੍ਰਾਰਥਨਾ ਲਗਾਤਾਰ ਕਰਦੇ ਰਹੋ। Yep. Doesn't mean non-stop. You take a break, pray again. Take a break, pray again. Whatever. ਉੱਥੇ ਇਹ ਨਹੀਂ ਲਿਖਿਆ ਗਿਆ ਕਿ ਲਗਾਤਾਰ ਬਿਨਾਂ ਰੁਕੇ ਕਰਦੇ ਰਹੋ। ਬ੍ਰੇਕ ਲਓ ਫਿਰ ਕਰੋ ਪ੍ਰਾਰਥਨਾ, ਬ੍ਰੇਕ ਲਓ ਫਿਰ ਕਰੋ ਪ੍ਰਾਰਥਨਾ। Every time you think about somebody, pray for that person. ਜਦੋਂ ਤੁਸੀਂ ਕਿਸੇ ਬਾਰੇ ਸੋਚ ਰਹੇ ਹੋ ਉਹਦੇ ਲਈ ਪ੍ਰਾਰਥਨਾ ਕਰੋ ਉਸ ਬੰਦੇ ਬਾਰੇ। Amen. ਆਮੇਨ। So prayer is the opening of the heart to God as a friend. You're asking God. ਤੇ ਕੀ ਹੈ ਜਿਹੜੀ ਪ੍ਰਾਰਥਨਾ ਕੀ ਉਹ ਸਾਡੇ ਇਕੱਲਾ ਇੱਕ ਦਿਲ ਨੂੰ ਖੋਲਦੀ ਹੈ ਮਿੱਤਰ ਦੇ ਅੱਗੇ ਖੁਦਾ ਦੇ ਅੱਗੇ ਆਪਣੇ ਆਪ ਦੇ ਦਿਲ ਨੂੰ ਖੋਲਣਾ ਕਹ ਲੋ ਕਿਸੇ ਮਿੱਤਰ ਦੇ ਅੱਗੇ ਪਰਮਾਤਮਾ ਅੱਗੇ ਪ੍ਰਾਰਥਨਾ ਦੇ ਦੁਆਰਾ। Because Jesus said, ask and it will be given to you. ਤੇ ਯਿਸੂ ਮਸੀਹ ਨੇ ਕੀ ਕਿਹਾ ਗਿਆ ਬਚਨ ਦੇ ਵਿੱਚ ਕਿ ਪੁੱਛ ਤੇ ਤੈਨੂੰ ਉਹ ਦਿੱਤਾ ਜਾਏਗਾ, ਮੰਗ ਤੇ ਤੈਨੂੰ ਦਿੱਤਾ ਜਾਏਗਾ। Ask and it will be given. ਉਹਨੇ ਕਿਹਾ ਮੰਗ ਤੇ ਇਹ ਤੈਨੂੰ ਦਿੱਤਾ ਜਾਵੇਗਾ। Yeah. But do we spend that time asking? ਕੀ ਅਸੀਂ ਆਪਣਾ ਸਮਾਂ ਗੁਜ਼ਾਰਦੇ ਹਾਂ ਉਸ ਤੋਂ ਉਹ ਮੰਗਣ ਦੇ ਲਈ? How much time do you spend? ਕਿੰਨਾ ਸਮਾਂ ਤੁਸੀਂ ਗੁਜ਼ਾਰਦੇ ਹੋ? Think about it. ਸੋਚੋ ਇਸ ਬਾਰੇ। So sometimes things are not coming your way. Why? ਕਈ ਵਾਰੀ ਕੀ ਹੈ ਚੀਜ਼ਾਂ ਸਾਡੇ ਜ਼ਿੰਦਗੀ ਦੇ ਵਿੱਚ ਸਾਡੇ ਰਸਤੇ ਦੇ ਵਿੱਚ ਨਹੀਂ ਆਉਂਦੀਆਂ ਜੋ ਅਸੀਂ ਮੰਗਦੇ ਕਿਉਂ? You're not praying enough. ਹੋ ਸਕਦਾ ਕਿ ਤੁਸੀਂ ਉਸ ਚੀਜ਼ ਲਈ ਪ੍ਰਾਰਥਨਾ ਨਹੀਂ ਕਰ ਰਹੇ ਜਿੰਨੀ ਚਾਹੀਦੀ ਹੈ। Without prayer, ਬਿਨਾਂ ਪ੍ਰਾਰਥਨਾ ਦੇ your spiritual life ਤੁਹਾਡੀ ਜਿਹੜੀ ਆਤਮਿਕ ਜ਼ਿੰਦਗੀ ਹੈ will start to perish, will start to go down. ਤੇ ਜਿਹੜੀ ਉਹ ਕੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਥੱਲੇ ਜਾਣਾ ਤੇ ਵਧਣਾ ਵੱਜਣਾ। Yep. So the more you are praying, the more your spiritual life is growing. ਜਿੰਨਾ ਜ਼ਿਆਦਾ ਤੁਸੀਂ ਪ੍ਰਾਰਥਨਾ ਕਰੋਗੇ ਉਨੀ ਜ਼ਿਆਦਾ ਤੁਹਾਡੀ ਆਤਮਿਕ ਜ਼ਿੰਦਗੀ ਜਿਹੜੀ ਵਧੇਗੀ ਤੇ ਅੱਗੇ ਜਾਵੇਗੀ। You see, when a baby, young baby, they give them milk. ਤੇ ਜਦੋਂ ਛੋਟਾ ਬੱਚਾ ਹੁੰਦਾ ਕੀ ਆ ਉਸਨੂੰ ਦੁੱਧ ਦਿੱਤਾ ਜਾਂਦਾ। As they grow, they start giving them different foods. ਤੇ ਜਦੋਂ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਕੀ ਉਹਨੂੰ ਹੋਰ ਖਾਣਾ ਵੀ ਦੇਣਾ ਸ਼ੁਰੂ ਕੀਤਾ ਜਾਂਦਾ ਨਾਲ ਨਾਲ। And when they reach your age, you start eating chicken. ਤੇ ਜਦੋਂ ਤੁਹਾਡੀ ਜ਼ਿੰਦਗੀ ਤੁਹਾਡੀ ਉਮਰ ਦੇ ਵਿੱਚ ਪਹੁੰਚ ਜਾਂਦਾ ਉਹ ਚਿਕਨ ਵੀ ਖਾਂਦਾ, ਮੀਟ ਵੀ ਖਾਂਦਾ। So you start having benefits for your body to grow. ਤੇ ਕੀ ਹੈ ਉਸ ਤੋਂ ਬਾਅਦ ਕੀ ਹੈ ਫਿਰ ਤੁਹਾਨੂੰ ਉਹ ਖਾਣ ਦੇ ਬੈਨੀਫਿਟ ਮਿਲਦੇ ਤੁਹਾਡੀ ਬੋਡੀ ਦੇ ਲਈ ਤੁਹਾਡੀ ਸਰੀਰ ਦੇ ਲਈ ਵਧਣਾ ਸ਼ੁਰੂ ਹੋ ਜਾਂਦਾ। Now today, look at your body. Because of the good food you're eating, you look good. ਤੇ ਤੁਸੀਂ ਅੱਜ ਆਪਣੇ ਆਪ ਨੂੰ ਦੇਖ ਕੇ ਦੇਖੋ ਆਪਣੇ ਸਰੀਰ ਨੂੰ ਇਸ ਤਰ੍ਹਾਂ ਦਾ ਸਰੀਰ ਕਿਉਂ ਹੈ ਕਿਉਂਕਿ ਤੁਸੀਂ ਚੰਗਾ ਖਾ ਰਹੇ ਹੋ। So now look at your spiritual body.
ਤੇ ਹੁਣ ਤੁਸੀਂ ਆਤਮਿਕ ਬੋਡੀ ਬਾਰੇ ਸੋਚੋ, ਆਤਮਿਕ ਸਰੀਰ ਬਾਰੇ ਸੋਚੋ। What does your spiritual body look like? ਤੁਹਾਡੀ ਆਤਮਿਕ ਜਿਹੜੀ ਬੋਡੀ ਆ, ਤੁਹਾਡਾ ਆਤਮਿਕ ਸਰੀਰ ਆ, ਉਹ ਕਿਵੇਂ ਦਾ ਦਿਖ ਰਿਹਾ ਹੈਗਾ? If you're not praying, ਜੇ ਤੁਸੀਂ ਪ੍ਰਾਰਥਨਾ ਨਹੀਂ ਕਰ you're ਰਹੇ, not reading the word, ਤੂੰ ਬਚਨ ਨਹੀਂ ਪੜ ਰਹੇ, your spiritual body, ਤੁਹਾਡੀ ਆਤਮਿਕ ਜਿਹੜੀ ਆਤਮਿਕ ਸਰੀਰ ਹੈ, it could be that small, ਹੋ ਸਕਦਾ ਉਹ ਇੰਨੀ ਕੁ ਛੋਟੀ ਹੈ, it could be that size. ਹੋ ਸਕਦਾ ਥੋੜੀ ਵੱਡੀ ਹੋਵੇ। If you're praying a lot, it could be big. ਤੇ ਜੇ ਤੁਸੀਂ ਬਹੁਤ ਜ਼ਿਆਦਾ ਪ੍ਰਾਰਥਨਾ ਕਰਦੇ ਤਾਂ ਉਹ ਵੱਡੀ ਹੋਵੇਗੀ। So ask yourself today, what does your spiritual body look like? ਤੇ ਅੱਜ ਤੁਸੀਂ ਆਪਣੇ ਆਪ ਨੂੰ ਸਵਾਲ ਪੁੱਛੋ ਕਿ ਤੁਹਾਡੀ ਜਿਹੜੀ ਆਤਮਿਕ ਸਰੀਰ ਹੈ, ਤੁਹਾਡਾ ਆਤਮਿਕ ਬੋਡੀ ਹੈ, ਤੁਹਾਡੀ ਉਹ ਕਿਸ ਤਰ੍ਹਾਂ ਦੀ ਦਿਖ ਰਹੀ ਹੈ? Because you will get the answer. ਤੁਸੀਂ ਆਪਣੇ ਆਪ ਉਹਦਾ ਉੱਤਰ ਲੈ ਲਵੋਗੇ। If you are struggling with problems, that means your spiritual body is not strong. ਜੇ ਤੁਸੀਂ ਮੰਨ ਲਓ ਮੁਸੀਬਤਾਂ ਦੇ ਨਾਲ ਜੂਝ ਰਹੇ ਹੋ ਤਾਂ ਹੋ ਸਕਦਾ ਜਿਹੜੀ ਤੁਹਾਡੀ ਆਤਮਿਕ ਸਰੀਰ ਹੈ ਜਿਹੜਾ ਤੇਰਾ ਕਿਤੇ ਨਾ ਕਿਤੇ ਉਹ ਛੋਟਾ ਕਰ ਜਾਵੇ। You understanding? ਸਮਝ ਰਹੇ ਹੋ ਸਾਰੇ? So we have to spend time with our spiritual body. ਤਾਂ ਸਾਨੂੰ ਕੀ ਹੈ, ਸਾਡੀ ਜਿਹੜੀ ਆਤਮਿਕ ਸਰੀਰ ਹੈ, ਸਾਨੂੰ ਉਹਦੇ ਨਾਲ ਕੁਝ ਸਮਾਂ ਬਿਤਾਉਣ ਦੀ ਜ਼ਰੂਰਤ ਹੈ। So wherever you go, you need to be carrying this. ਜਿੱਥੇ ਵੀ ਤੁਸੀਂ ਜਾਵੋ ਤੁਹਾਨੂੰ ਕੀ ਹੈ, ਖੁਦਾਵੰਦ ਦਾ ਵਚਨ ਆਪਣੇ ਨਾਲ ਲੈ ਕੇ ਚੱਲਣਾ Because ਚਾਹੀਦਾ। when you go out for your normal food, you're looking for restaurants. ਜੇ ਤੁਸੀਂ ਆਪ ਖਾਣ ਦੇ ਲਈ ਬਾਹਰ ਜਾਂਦੇ ਹੋ ਕਿਤੇ ਵੀ, ਤਾਂ ਤੁਸੀਂ ਕੀ ਸੋਚਦੇ ਹੋ, ਚੰਗੇ ਕਿਸੇ ਰੈਸਟੋਰੈਂਟ ਨੂੰ ਜਾਂ ਹੋਟਲ ਨੂੰ ਲੱਭ ਰਹੇ ਹੋ। So this is close by, you can feed yourself. ਤਾਂ ਜੇ ਤੁਹਾਡੇ ਕੋਲ ਹੋਵੇਗਾ, ਤੁਸੀਂ ਕੀ ਆਪਣੀ ਆਤਮਿਕ ਬੋਡੀ ਨੂੰ ਖਾਣਾ ਦੇ ਸਕਦੇ ਹੋ। Today we got it on the phone, so it's available on the phone, the Bible. ਤੇ ਅੱਜ ਕੱਲ ਸਾਡੇ ਫੋਨਾਂ ਦੇ ਵਿੱਚ ਹੁੰਦਾਗਾ, ਬਹੁਤ ਮੰਨ ਲਓ ਈਜ਼ੀ ਹੈ, So there's no excuse. ਤਾਂ ਉੱਥੇ ਕੋਈ ਬਹਾਨਾ ਨਹੀਂ ਹੈਗਾ। Okay. The third one, ਤੀਜੀ ਚੀਜ਼, how do we grow our spiritual body? ਅਸੀਂ ਜਿਹੜੀ ਆਪਣੀ ਆਤਮਿਕ ਸਰੀਰ ਹੈ, ਉਸ ਨੂੰ ਕਿਵੇਂ ਗਰੋ ਕਰ ਸਕਦੇ, ਉਸ ਨੂੰ ਕਿਵੇਂ ਵਧਾ ਸਕਦੇ ਹਾਂ? We exercise and engage in Christian work. ਤੇ ਕੀ ਹੈ, ਸਾਨੂੰ ਕੀ ਹੈ ਉਸ ਉੱਤੇ ਐਕਸਰਸਾਈਜ਼ ਕਰਨ ਦੀ ਲੋੜ ਹੈ, ਤੇ ਸਾਨੂੰ ਕੀ ਹੈ ਜਿਹੜਾ ਮਸੀਹਤ ਕੰਮ ਹੈ ਉਹਨਾਂ ਦੇ ਨਾਲ ਜੁੜੇ ਰਹਿਣ ਦੀ ਜ਼ਰੂਰਤ ਹੈ। Now you go to the gym. ਤੁਸੀਂ ਜਿਮ ਜਾਂਦੇ ਹੋ, What do you do? ਉੱਥੇ ਕੀ ਕਰਦੇ ਹੋ? Raju, what do you do in the gym? ਤੂੰ ਜਿਮ 'ਚ ਕੀ ਕਰਦਾ ਰਾਜੀ? ਬਾਰੀ ਐਕਸਰਸਾਈਜ਼ ਕਰਨਾ। Yeah, so you're doing exercises for your body. ਤੇ ਤੁਸੀਂ ਉੱਥੇ ਐਕਸਰਸਾਈਜ਼ ਕਰਦੇ ਹੋ ਆਪਣੀ ਸਰੀਰ ਦੇ ਲਈ। So now you're reading your Bible, you're praying, everything is happening. ਤੇ ਕੀ ਹੈ, ਹੁਣ ਇੱਥੇ ਤੁਸੀਂ ਆ ਜਾਓ ਕਿ ਜਦੋਂ ਤੁਸੀਂ ਬਚਨ ਪੜ੍ਹ ਰਹੇ ਹੋ, ਪ੍ਰਾਰਥਨਾ ਕਰ ਰਹੇ ਹੋ, ਤਾਂ ਸਾਰਾ ਕੁਝ ਉੱਥੇ ਹੋ ਰਿਹਾ ਤੁਹਾਡੀ ਆਤਮਿਕ ਬੋਡੀ ਦੇ Now ਨਾਲ। how do you exercise it? ਤੁਸੀਂ ਹੁਣ ਐਕਸਰਸਾਈਜ਼ ਕਿਵੇਂ ਕਰ ਸਕਦੇ ਹੋ? In the book of Mark, Jesus said, ਮਰਕਸ ਦੀ ਬੁੱਕ ਦੇ ਵਿੱਚ ਲਿਖਿਆ ਹੋਇਆ, ਯਿਸੂ ਮਸੀਹ ਨੇ ਕਿਹਾ 16 verse 15. 16:15 ਦੇ ਵਿੱਚ, Jesus said, go into the whole world, ਉਹਨੇ ਕਿਹਾ ਪੂਰੀ ਦੁਨੀਆ ਦੇ ਵਿੱਚ ਜਾਓ preach the good news ਤੇ ਜਿਹੜਾ ਖੁਸ਼ਖਬਰੀ ਹੈ ਉਹਦਾ ਪ੍ਰਚਾਰ ਕਰੋ to everyone. ਹਰ ਇੱਕ ਦੇ ਨਾਲ। Amen? ਆਮੇਨ। So this is how you exercise it. ਤੇ ਇਹ ਤਰੀਕਾ ਜਿਸ ਦੇ ਨਾਲ ਤੁਸੀਂ ਕੀ ਹੈ ਤੁਹਾਡੀ ਆਤਮਿਕ ਬੋਡੀ ਨੂੰ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ। So today, ਅੱਜ I am practicing it. ਮੈਂ ਉਹਦੇ ਉੱਤੇ ਪ੍ਰੈਕਟਿਸ ਕਰ ਰਿਹਾ ਹਾਂ। How am I practicing it? ਕਿਵੇਂ ਮੈਂ ਉਹਦੇ ਉੱਤੇ ਕਿਵੇਂ ਪ੍ਰੈਕਟਿਸ ਕਰ ਰਿਹਾ ਹਾਂ? Who can tell me? How am I practicing it today? ਕੌਣ ਮੈਨੂੰ ਦੱਸ ਸਕਦਾ ਕਿਵੇਂ ਮੈਂ ਉਸ ਉੱਤੇ ਪ੍ਰੈਕਟਿਸ ਕਰ ਰਿਹਾ ਹਾਂ? ਯੂ ਆਰ ਟੈਲਿੰਗ ਟੂ ਅਸ I have come all the way from ਲੰਡਨ to Cyprus. Cyprus for holiday ਨੋ No. ਟੂ ਸ਼ੇਅਰ ਦ ਵਰਡ ਆਫ to ਗॉड। share the word of God. ਹਾਲੇਲੂਇਆ। What did Jesus say? Go into the whole world and preach the good news. ਕੀ ਹੈ, ਹੁਣ ਮੈਂ ਲੰਡਨ ਤੋਂ ਸਾਈਪ੍ਰਸ ਦੇ ਵਿੱਚ ਆਇਆ ਕਾਹਦੇ ਲਈ? ਛੁੱਟੀਆਂ ਮਨਾਉਣ ਲਈ ਨਹੀਂ, ਖੁਦਾਵੰਦ ਦਾ ਵਚਨ ਸੁਣਾਉਣ ਦੇ ਲਈ ਆਇਆਗਾ। ਤਾਂ ਉਸੇ ਤਰ੍ਹਾਂ ਯਿਸੂ ਮਸੀਹ ਨੇ ਕਿਹਾਗਾ ਕਿ ਦੁਨੀਆ ਦੇ ਵਿੱਚ ਜਾਓ ਤੇ ਮੇਰੀ ਖੁਸ਼ਖਬਰੀ, ਮੇਰੇ ਵਚਨ ਦਾ ਪ੍ਰਚਾਰ ਕਰੋ। ਹਾਲੇਲੂਇਆ। So you have to do the same. ਤੁਹਾਨੂੰ ਕੀ ਹੁਣ ਉਸੇ ਤਰ੍ਹਾਂ ਕਰਨ ਦੀ ਜ਼ਰੂਰਤ ਹੈ। Jesus didn't say sit down, be comfortable. ਯਿਸੂ ਮਸੀਹ ਨੇ ਕਿਤੇ ਨਹੀਂ ਕਿਹਾਗਾ ਕਿ ਆਰਾਮ ਨਾਲ ਬਹਿ ਜਾਓ। Think about it. ਸੋਚੋ ਇਸ ਬਾਰੇ। 2030, then you can go. 2030 Then you can go. He didn't say that. ਉਹਨੇ ਇਹ ਨਹੀਂ ਕਿਹਾ ਕਿ 2030 ਦੇ ਵਿੱਚ ਜਾਇਓ He ਤੁਸੀਂ। says go now. ਉਹਨੇ ਕਿਹਾ ਹੁਣੇ ਜਾਓ। Yeah? It needs to go now. ਇਹ ਜ਼ਰੂਰਤ ਹੈ ਸਾਨੂੰ ਹੁਣ ਜਾਣ ਦੀ, Because people are relying and depending upon you. ਕਿਉਂਕਿ ਹੋ ਸਕਦਾ ਕਿ ਜਿਹੜੇ ਲੋਕ ਹੈ ਉਹ ਤੁਹਾਡੇ ਉੱਤੇ ਨਿਰਭਰ ਹੋਣ, ਉਹ ਤੁਹਾਡੇ ਉੱਤੇ ਡਿਪੈਂਡ ਹੋਣ। Okay, so we said the three things. What do we do? We're breathing. Yeah? The ਤਿੰਨ word of ਚੀਜ਼ਾਂ God. ਕਹੀਆਂ ਅਸੀਂ ਕੀ ਕਰ ਰਹੇ ਹਾਂ? ਬਰੀਥਿੰਗ, ਸਾਹ ਲੈਣਾ, We're eating the word of God. ਖਾਣਾ ਬਚਨ ਨੂੰ, And now we're exercising it.
ਤੇ ਹੁਣ ਕੀ ਆ, ਅਸੀਂ ਉਹਨੂੰ ਐਕਸਰਸਾਈਜ਼ ਕਰ ਰਹੇ ਹਾਂ। ਅਸੀਂ ਖਾ ਵੀ ਲਿਆ, ਸਾਹ ਵੀ ਲੈ ਰਹੇ ਹਾਂ, ਹੁਣ ਅਸੀਂ ਉਹਨੂੰ ਐਕਸਰਸਾਈਜ਼ ਕਰ ਰਹੇ ਹਾਂ। Now, ਹੁਣ how do people see Jesus in you? ਲੋਕ ਕਿਵੇਂ ਦੇਖਦੇ ਆ ਯਿਸੂ ਮਸੀਹ ਨੂੰ ਤੁਹਾਡੇ ਵਿੱਚ? Because if you are preaching, these people need to see that in you. ਜੇ ਤੁਸੀਂ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹੋ ਤਾਂ ਹੋ ਨਹੀਂ ਸਕਦਾ ਸ਼ੋਰ ਹੈ ਕਿ ਲੋਕ ਤੁਹਾਡੇ ਵਿੱਚ ਯਿਸੂ ਮਸੀਹ ਨੂੰ ਦੇਖਣ। I'll tell you one quick story. It's a testimony from Christian missionary. ਤੇ ਮੈਂ ਤੁਹਾਨੂੰ ਇੱਕ ਛੋਟੀ ਸਟੋਰੀ ਦੱਸਾਂਗਾ। ਇਹ ਟੈਸਟੀਮਨੀ ਹੈ ਜਿਹੜਾ ਇੱਕ ਮਸੀਹ ਭਾਈ ਸੀਗਾ, ਮਿਸ਼ਨਾਂ ਤੇ ਜਾਂਦਾ ਸੀਗਾ ਵੱਖ-ਵੱਖ ਦੇਸ਼ਾਂ 'ਚ। One of the missionaries went to China. ਤੇ ਉਹ ਮਿਸ਼ਨਰੀ ਸੀਗਾ ਜਿਹੜਾ ਮੰਨ ਲਾ ਉਹ ਚਾਈਨਾ ਗਿਆ and he was sharing the gospel to the people there. ਤੇ ਉੱਥੇ ਜਾ ਕੇ ਉਹਨੇ ਕੀ ਕੀਤਾ, ਖੁਦਾਵੰਦ ਦਾ ਵਚਨ ਦਾ ਖੁਸ਼ਖਬਰੀ ਦਾ ਪ੍ਰਚਾਰ ਲੋਕਾਂ ਨੂੰ ਸੁਣਾਉਣਾ ਸ਼ੁਰੂ ਕੀਤਾ। So the people heard the gospel for the first time. ਤੇ ਲੋਕਾਂ ਨੇ ਕੀ ਹੈ ਜਿਹੜਾ ਵਚਨ ਸੀਗਾ ਉਹ ਪਹਿਲੀ ਵਾਰ ਸੁਣਿਆ। So they said to this man, this preacher, ਤੇ ਉਹਨਾਂ ਨੇ ਉਸ ਪ੍ਰੀਚਰ ਨੂੰ, ਉਸ ਆਦਮੀ ਨੂੰ ਕਿਹਾ, we have seen Jesus. ਤੇ ਉਹਨਾਂ ਨੇ ਕਿਹਾ ਸੀ ਯਿਸੂ ਮਸੀਹ ਨੂੰ ਦੇਖਿਆ, He was here. ਉਹ ਇੱਥੇ ਹੈ। So this missionary was a bit shocked. ਤੇ ਜਿਹੜਾ ਉਹ ਮਿਸ਼ਨਰੀ ਸੀਗਾ, ਉਹ ਆਦਮੀ ਸੀ, ਉਹ ਸ਼ੌਕ ਹੋ ਗਿਆ ਵੀ ਆ ਕੀ। He said, no, it can't be. Jesus was many years ago. ਤੇ ਉਹ ਕਹਿੰਦਾ ਇਹ ਨਹੀਂ ਹੋ ਸਕਦਾ, ਬਹੁਤ ਸਾਲ ਪਹਿਲਾਂ। But the people said, no, we'll ਚਲਾ show ਗਿਆ। you. ਤੇ ਉਹ ਲੋਕਾਂ ਨੇ ਕਿਹਾ ਨਹੀਂ, ਅਸੀਂ ਤਾਂ ਦਿਖਾ ਸਕਦੇ ਹਾਂ। So they took this missionary to the graveyard. ਤੇ ਉਹਨਾਂ ਨੇ ਕੀ ਕੀਤਾ, ਕਿ ਉਹ ਮਿਸ਼ਨਰੀ ਨੂੰ ਚੁੱਕਿਆ ਤੇ ਉਹ ਕਬਰਾਂ ਵਿੱਚ ਲੈ ਗਏ, ਗ੍ਰੇਵਯਾਰਡ। And they showed one of the graves. ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੱਕ ਕਬਰ ਦਿਖਾਈ ਉਹਨੂੰ। And they pointed that this was Jesus. ਤੇ ਉਹਨਾਂ ਨੇ ਉਹਦੇ ਉੱਤੇ ਉਂਗਲ ਕਰਕੇ ਕਿਹਾ ਕਿ ਇਹ ਯਿਸੂ ਮਸੀਹ। So the missionary was shocked. He said, that's not Jesus. ਤੇ ਜਿਹੜਾ ਉਹ ਮਿਸ਼ਨਰੀ ਸੀਗਾ ਉਹ ਹੈਰਾਨ ਜਿਹਾ ਹੋ ਗਿਆ ਕਿ ਇਹ ਜੀਸਸ ਨਹੀਂ ਹੈ। But to the people, ਪਰ ਉਹਨਾਂ ਲੋਕਾਂ ਦੇ ਲਈ that man ਉਹ ਆਦਮੀ, lived the life of Jesus. ਜਿਹੜਾ ਉਹ ਆਦਮੀ ਸੀ, ਉਹਨੇ ਯਿਸੂ ਮਸੀਹ ਦੀ ਜ਼ਿੰਦਗੀ ਨੂੰ ਜਿਉਇਆ ਸੀਗਾ। They saw Jesus in him. ਤੇ ਉਹਨਾਂ ਨੇ ਯਿਸੂ ਮਸੀਹ ਨੂੰ ਉਹਦੇ ਵਿੱਚ ਦੇਖਿਆ ਸੀਗਾ। So to them, ਤੇ ਉਹਨਾਂ ਦੇ ਲਈ that was Jesus. ਉਹ ਯਿਸੂ ਮਸੀਹ ਸੀਗਾ। Today, ਅੱਜ do people see Jesus in you? ਤੇ ਕੀ ਹੈ, ਜਿਹੜੇ ਲੋਕ ਹੈ ਯਿਸੂ ਮਸੀਹ ਨੂੰ ਤੁਹਾਡੇ ਵਿੱਚ ਦੇਖਦੇ ਆ। Do they? ਦੇਖਦੇ ਆ ਉਹ। Ask yourself the question. ਆਪਣੇ ਆਪ ਨੂੰ ਸਵਾਲ ਪੁੱਛੋ ਕਿ ਦੇਖਦੇ ਆ ਉਹ। Because reading the word is not enough. You have to be doers of the word of God. ਤੇ ਕੀ ਹੈ, ਕੱਲਾ ਵਚਨ ਪੜ੍ਹਨਾ ਹੀ ਨਹੀਂ ਕਾਫੀ ਹੈਗਾ, ਠੀਕ ਹੈ, ਸਾਨੂੰ ਉਹਨੂੰ ਕਿਤੇ ਨਾ ਕਿਤੇ ਆਪਣੇ ਸਰੀਰ ਵਿੱਚ ਦਰਸਾਉਣਾ ਵੀ ਹੈ। Okay? For a very few seconds, I want you to think. ਮੈਂ ਤੁਹਾਨੂੰ ਕੁਝ ਸਮਾਂ ਦੇਵਾਂਗਾ, ਕੁਝ ਸੈਕਿੰਡ ਦੇਵਾਂਗਾ, ਸੋਚੋ ਉਸ ਚੀਜ਼ ਬਾਰੇ। Where do I stand ਕਿ ਮੈਂ ਕਿੱਥੇ ਖੜਾ ਗਾ ਇਸ ਸਮੇਂ compared to this missionary? ਜੇ ਅਸੀਂ ਆਪਣੇ ਆਪ ਨੂੰ ਉਹ ਮਿਸ਼ਨਰੀ ਦੇ ਨਾਲ ਕੰਪੇਅਰ ਕਰੀਏ, ਦੇਖੀਏ ਉਹਦੀ ਜ਼ਿੰਦਗੀ Who they ਤੇ said looked and who was Jesus? ਤੇ ਜਿੰਨਾ ਜਿਹਦੇ ਬਾਰੇ ਲੋਕਾਂ ਨੇ ਕਿਹਾ ਸੀ ਕਿ ਲੁੱਕ ਯਿਸੂ ਮਸੀਹ ਕੌਣ ਹੈ, ਇਹ ਬੰਦੇ ਵਰਗਾ। Think about it for a few seconds. ਤੇ ਆਪਣੇ ਬਾਰੇ ਸੋਚੋ ਕੁਝ ਸੈਕਿੰਡਾਂ ਦੇ You ਲਈ। can close your eyes and think. Don't look at me. Close your eyes and think. ਆਪਣੀਆਂ ਅੱਖਾਂ ਨੂੰ ਬੰਦ ਕਰੋ ਤੇ ਸੋਚੋ ਕਿ ਮੈਂ ਕਿੱਥੇ ਹਾਂ। ਮੈਂ ਯਿਸੂ ਮਸੀਹ ਨੂੰ ਦਰਸਾ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ। Have you found anything? ਕੁਝ ਲੱਭਿਆ ਆਪਣੇ ਆਪ ਦੇ ਵਿੱਚ ਤੁਸੀਂ? Has anybody found an answer? ਜੇ ਕਿਸੇ ਨੇ ਕੁਝ ਲੱਭਿਆ ਪਲੀਜ਼ ਮੈਨੂੰ ਉੱਤਰ ਦਿਓ। It could be anything. What do you feel? ਇਹ ਕੁਝ ਵੀ ਹੋ ਸਕਦਾ। ਕੀ ਤੁਸੀਂ ਕੀ ਮਹਿਸੂਸ ਕੀਤਾ ਗਾ? Ask them if they understood the question. ਜਿਹੜਾ ਕੁਐਸਚਨ ਹੈ ਉਹ ਸਮਝਿਓ ਤੁਸੀਂ, ਜਿਹੜਾ ਕੁਐਸਚਨ ਪੁੱਛਿਆ ਗਿਆ। ਯੈਸ। ਕਿ ਤੁਸੀਂ ਕਿਤਾਬ ਪੜ੍ਹਦੇ ਹੋ, ਠੀਕ ਹੈ, ਤੁਹਾਨੂੰ ਯਿਸੂ ਮਸੀਹ ਦੇ ਬਾਰੇ ਸਾਰਾ ਕੁਝ ਪਤਾ ਹੈ, ਤੁਸੀਂ ਉਹ ਡੇਲੀ ਪੜ੍ਹਦੇ ਹੋ, ਤੁਹਾਨੂੰ ਜ਼ੁਬਾਨੀ ਯਾਦ ਹੈ, ਇਸ ਲਈ ਕਰਕੇ ਤੁਸੀਂ ਇਹਨਾਂ ਸਾਰਿਆਂ ਨੂੰ ਬਿਹਤਰ ਹੋ ਕਿ ਤੁਸੀਂ ਇਸ ਜਗ੍ਹਾ 'ਤੇ ਬੈਠੇ ਹੋ, ਤੁਸੀਂ ਇਹਨਾਂ ਨੂੰ ਚੰਗਾ ਜਾਣਦੇ ਹੋ, ਇਸ ਲਈ ਕਰਕੇ ਤੁਸੀਂ ਇੱਥੇ ਬੈਠੇ ਹੋ। ਜਿਹੜਾ ਸਵਾਲ ਹੈ ਨਾ ਬ੍ਰਦਰ, ਕਿ ਉਹ ਇਹ ਪੁੱਛਿਆ ਗਿਆ ਕਿ ਅਸੀਂ ਆ ਜਿਹੜੇ, ਜ਼ਰੂਰੀ ਨਹੀਂ ਕਿ ਅਸੀਂ ਦੋਨੇ ਇੱਥੇ ਸਾਹਮਣੇ ਬੈਠੇ, ਤੁਸੀਂ ਸਾਰੇ ਬੈਠੇ ਹੋ। ਸਵਾਲ ਪੁੱਛਿਆ ਗਿਆ ਕਿ ਯਿਸੂ ਮਸੀਹ ਸਾਡੇ ਦੁਆਰਾ ਦਰਸਾਇਆ ਜਾਂਦਾ ਲੋਕਾਂ ਨੂੰ, ਕਿ ਸਾਡੀ ਜ਼ਿੰਦਗੀ ਨੂੰ ਦੇਖ ਕੇ ਲੋਕ ਆਖਣ ਕਿ ਹਾਂ ਇਹ ਯਿਸੂ ਮਸੀਹ ਦਾ ਬੰਦਾ ਗਾ। ਉਹ ਚੀਜ਼ ਪੁੱਛੀ ਗਈ ਹੈ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਝਾਕ ਮਾਰੋ ਕਿ ਤੁਹਾਡੇ ਬਾਰੇ ਦੇਖ ਕੇ ਲੋਕ ਕਿੱਥੇ ਜੇ ਤੁਸੀਂ ਆਪਣੇ ਆਪ ਨੂੰ ਸਟੈਂਡ ਕਰ ਰਹੇ ਹੋ, ਕਿ ਉਸ ਜਗ੍ਹਾ ਤੇ ਤੁਸੀਂ ਸਟੈਂਡ ਕਰ ਰਹੇ ਹੋ ਕਿ ਲੋਕ ਤੁਹਾਨੂੰ ਦੇਖ ਕੇ ਕਹਿ ਸਕਣ ਕਿ ਹਾਂ ਇਹ ਮਸੀਹ ਦੇ ਬੰਦੇ ਆ।
ਕਿ ਇਹਦੇ ਵਿੱਚ ਯਿਸੂ ਮਸੀਹ ਦਿਖ ਰਿਹਾ ਜਿਸ ਤਰ੍ਹਾਂ ਉਹ ਮਿਸ਼ਨਰੀ ਨੂੰ ਲੋਕਾਂ ਨੇ ਕਿਹਾ ਸੀ ਕਿ ਯਿਸੂ ਮਸੀਹ, ਉਹ ਬੰਦੇ ਨੇ ਕਿਹਾ ਕਿ ਯਿਸੂ ਮਸੀਹ ਤਾਂ ਬਹੁਤ ਸਾਲ ਪਹਿਲਾਂ ਉੱਪਰ ਚਲਾ ਗਿਆ, ਪਰ ਉਹਨਾਂ ਨੇ ਕੀ ਕਿਹਾ, ਨਹੀਂ, ਇਹ ਕਬਰ ਦੇ ਵਿੱਚ ਜੋ ਬੰਦਾ ਸੀ, ਅਸੀਂ ਇਹਦੇ ਵਿੱਚ ਯਿਸੂ ਮਸੀਹ ਨੂੰ ਦੇਖਦੇ ਸੀ। ਇਹ ਸਵਾਲ ਪੁੱਛਿਆ ਗਿਆ ਕਿ ਆਪਣੇ ਬਾਰੇ ਸੋਚੋ, ਅਸੀਂ ਕਿੱਥੇ ਖੜੇ ਹਾਂ। ਠੀਕ ਹੈ, ਜੇ ਮੈਂ ਆਪਣੇ ਬਾਰੇ ਕਹਾਂ, ਠੀਕ ਹੈ, ਕਿਤੇ ਨਾ ਕਿਤੇ ਅੱਧ ਵਿਚਾਲੇ ਤੁਰੇ ਫਿਰਦੇ ਰਹਿੰਦੇ ਹਾਂ। You have an answer? ਕਿਉਂਕਿ ਆਪਾਂ Come here, ਇੱਥੇ ਆ ਕੇ come here, come. ਜੈਮ ਸਿੰਘ ਸਾਰਿਆਂ ਨੂੰ, ਕਿਉਂਕਿ ਜਦੋਂ ਆਪਾਂ ਚਰਚ 'ਚ ਹੁੰਦੇ ਆ ਤਾਂ ਬਹੁਤ ਚੰਗੇ ਬਣ ਜਾਂਦੇ ਆਪਾਂ। When we are ਮੈਂ in ਚੰਗਾ church, ਆ। we are very good. ਕਿਉਂਕਿ ਬਾਹਰ ਮੈਨੂੰ ਰੁਪਿੰਦਰ ਵੀਰ ਵੀ ਜਾਣਦਾ ਵਾ, ਸਾਰੇ ਵੀਰ ਜਾਣਦੇ ਆ ਮੈਨੂੰ, ਬਾਹਰ But ਜਾ ਕੇ when ਪਤਾ I'm ਲੱਗਦਾ ਵਾ outside, ਕਿ- everybody know me. ਕਿਉਂਕਿ ਹਰ ਇੱਕ ਨੂੰ ਪਤਾ ਵੀ ਆਪਾਂ ਚਰਚ 'ਚ ਆਉਣੇ ਆ, ਹਰ ਇੱਕ ਨੂੰ ਮੇਰਾ ਹੀ ਪਤਾ ਵੀ ਮੈਂ ਚਰਚ 'ਚ ਆਉਣਾ ਵਾ। Everybody knows I'm coming in church. ਜਦੋਂ ਆਪਾਂ ਬਾਹਰ ਜਾਂਦੇ ਆ ਤਾਂ ਲੋਕੀ, ਜਦੋਂ ਆਪਾਂ ਕੋਈ ਚੀਜ਼ ਕਰਦੇ ਆ ਨਾ, ਦੁਨਿਆਵੀ ਚੀਜ਼ ਕਰਦੇ ਆ, ਆਪਾਂ ਕੁਝ ਵੀ ਲਾ ਲਓ, ਆਪਾਂ ਡਰਿੰਕ ਕਰਦੇ ਆ ਬਾਹਰ ਜਾ ਕੇ, ਜਾਂ ਆਪਾਂ ਸਮੋਕ ਕਰਦੇ ਆ, ਚਰਚ 'ਚ 10 ਜਣਿਆਂ ਨੂੰ ਆਪਾਂ ਦਿਖਾ ਦਿੰਦੇ ਆ ਵੀ ਆਪਾਂ ਨਹੀਂ ਕਰਦੇਗੇ, ਬਟ ਜਦੋਂ ਬਾਹਰ ਕਰਦੇ, ਬਾਹਰਲਿਆਂ ਨੂੰ ਪਤਾ ਲੱਗ ਜਾਂਦਾ ਵਾ ਵੀ ਆਪਾਂ ਕਰਦੇ ਆ। When we are came in church, okay, we are show to the all people we are very good, okay, we don't do anything. But when we are go in the world, we are outside from the church, okay, we are smoke, we are drink, okay. But there also people look us, what we are doing. And the people know also we are going to church. ਮਸੀਹ ਵਾਲਿਆਂ ਨਾਲ ਆਪਾਂ ਮਸੀਹ ਵਾਲੇ ਹੋ ਜਾਂਦੇ ਆ, ਦੁਨੀਆ ਵਾਲਿਆਂ ਨਾਲ ਜਾ ਕੇ ਆਪਾਂ ਫਿਰ ਦੁਨੀਆ ਵਾਲੇ ਹੋ ਜਾਂਦੇ ਆ। When we are in the Christian, with the Christian people, we are a Christian. When we are in the worldly people, we are worldly. ਇਹਦੇ 'ਚ ਆਪਾਂ ਨੂੰ ਦੇਖਿਆ ਜਾਂਦਾ ਵਾ ਵੀ ਆਪਾਂ ਕਿੱਦਾਂ ਦੇ ਆ, ਆਪਾਂ ਮਸੀਹ ਆ। That time we can see ourselves. We are a really Christian. We are really in Christ. ਪਾਸਟਰ ਜੀ ਨੇ ਉਹ ਕਿਹਾ ਕਿ ਆਪਣੇ ਉੱਤੇ ਹੱਥ ਧਰ ਕੇ ਦੇਖੋ ਵੀ ਆਪਾਂ ਸੱਚੀ ਕ੍ਰਿਸਚਨ ਆ, ਵੀ ਆਪਾਂ ਅੰਦਰੋਂ ਮੰਨ ਲਿਆ ਵਾ। That's brother said. That's what brother said. Think about yourself. We are really in Christ. ਹਾਲੇਲੂਇਆ। We are stand somewhere. Amen. Thank you. Hallelujah. Okay. So the important thing is, it's easy to be a Christian inside church. ਤੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਲੋਕਾਂ ਨੂੰ ਦਿਖਾ ਸਕਦੇ ਹਾਂ ਚਰਚ ਦੇ ਵਿੱਚ ਕਿ ਹਾਂ ਅਸੀਂ ਵਾਕਈ ਮਸੀਹ ਹੈਗੇ। But the real test is when you go outside. ਪਰ ਜਿਹੜਾ ਅਸਲੀ ਤੁਹਾਡਾ ਟੈਸਟ ਹੈ ਉਹ ਉਦੋਂ ਹੁੰਦਾ ਜਦੋਂ ਤੁਸੀਂ ਚਰਚ ਚੋਂ ਬਾਹਰ ਹੋ ਜਾਂਦੇ ਹੋ। Christianity is not about Sunday. ਜਿਹੜੀ ਮਸੀਹਤ ਜ਼ਿੰਦਗੀ ਹੈ ਉਹ ਕੱਲੀ ਸੰਡੇ ਬਾਰੇ ਨਹੀਂ ਹੈਗੀ ਕਿ ਸੰਡੇ ਤੁਸੀਂ ਚਰਚ ਆ ਗਏ ਤੇ ਤੁਸੀਂ ਕ੍ਰਿਸਚਨ ਹੋ। It is about Monday, Tuesday, Wednesday, Thursday, ਇਹ Friday. ਹਰ ਇੱਕ ਦਿਨ ਦੇ ਬਾਰੇ ਹੈ। ਜਦੋਂ Yeah. People they come to church Sunday. Yes, I've been to church. ਤੇ ਕਈ ਵਾਰੀ ਕੀ ਹੈ ਲੋਕ ਸੰਡੇ ਚਰਚ ਨੂੰ ਆਉਂਦੇ ਆ ਕਹਿੰਦੇ ਹਾਂ ਮੈਂ ਚਰਚ ਗਿਆ ਸੀ, And then Monday they do all their things. ਤੇ ਪਰ ਸੋਮਵਾਰ ਨੂੰ ਕੀ ਹੁੰਦਾ ਉਹ ਆਪਣੀਆਂ ਉਸੇ ਚੀਜ਼ਾਂ ਦੇ ਵਿੱਚ ਫਸੇ ਹੁੰਦੇ ਆ, ਗੱਲਾਂ ਕਰਦੇ ਹੁੰਦੇ ਆ। So to be like Christ, ਤੇ ਜੇ ਅਸੀਂ ਮਸੀਹਾ ਵਰਗੇ ਬਣਨਾਗਾ ਯਿਸੂ ਮਸੀਹ you ਵਰਗੇ, have to live the life every day. ਤੇ ਸਾਨੂੰ ਕੀ ਉਹਦੇ ਵਰਗੀ ਜ਼ਿੰਦਗੀ ਹਰ ਰੋਜ਼ ਜਿਉਣ ਦੀ ਜ਼ਰੂਰਤ ਹੈ। Otherwise, you become a part-time follower of Christ. ਤੇ ਨਹੀਂ ਕੀ ਹੈ ਤੁਸੀਂ ਸਿਰਫ ਪਾਰਟ ਟਾਈਮ ਕਿ ਥੋੜੇ ਸਮੇਂ ਲਈ ਮਸੀਹਤ ਨੂੰ ਫੋਲੋ ਕਰਨ ਵਾਲੇ How many ਹੋ। of you are full-time and how many of you are part-time? ਕਿੰਨੇ ਲੋਕ ਹੈ ਜਿਹੜੇ ਕਿ ਫੁੱਲ ਟਾਈਮ ਮਸੀਹ ਹੈ ਤੇ ਕਿੰਨੇ ਹੈ ਜਿਹੜੇ ਪਾਰਟ ਟਾਈਮ ਮਸੀਹ ਹੈ। ਪਹਿਲੇ ਫੁੱਲ ਟਾਈਮ Full-time, you have to put an effort. ਸਾਨੂੰ ਕੀ ਹੈ ਉਸ ਚੀਜ਼ ਦੇ ਲਈ ਐਫਰਟ ਕਰਨ ਦੀ ਜ਼ਰੂਰਤ ਹੈ, ਕੋਸ਼ਿਸ਼ ਕਰਨ ਦੀ ਜ਼ਰੂਰਤ You ਹੈ। have to discipline your life. ਤੁਹਾਨੂੰ ਕੀ ਆਪਣੇ ਆਪ ਦੀ ਜ਼ਿੰਦਗੀ ਨੂੰ ਅਨੁਸ਼ਾਸਿਤ ਕਰਨ ਦੀ ਲੋੜ ਹੈ। It is not easy. ਇਹ ਆਸਾਨ ਨਹੀਂ ਹੈ। You can't just say, yes, yes, yes. ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ 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 ਮੈਂ ਕਰਾਂਗਾ। You have to put some effort into it. ਤੁਹਾਨੂੰ ਉਸ ਚੀਜ਼ ਦੇ ਲਈ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। That's what will grow you to be a stronger person. ਤੇ ਉਹ ਚੀਜ਼ ਕੀ ਹੈ ਉਹ ਤੁਹਾਨੂੰ ਅੱਗੇ ਵਧਾਵੇਗੀ ਤੇ ਤੁਹਾਨੂੰ ਉਹ ਮਜ਼ਬੂਤ ਬਣਾਵੇਗੀ ਜੇ ਤੁਸੀਂ ਕਰੋਗੇ। That's why earlier on I gave you this, just to show you. ਤੇ ਤਾਂ ਕਰਕੇ ਮੈਂ ਸ਼ੁਰੂ ਦੇ ਵਿੱਚ ਤੁਹਾਨੂੰ ਇਹ ਕਿੱਲਾਂ ਦਿੱਤੀਆਂ ਨੇ ਤੁਹਾਨੂੰ ਦਿਖਾਉਣ ਦੇ ਲਈ What did Jesus do for you? ਤੇ ਕਿ ਯਿਸੂ ਮਸੀਹ ਨੇ ਤੁਹਾਡੇ ਲਈ ਕੀ ਕੀਤਾ ਗਿਆ। This is just one nail. Think of the crown, the thorns on his head that were Think- pressed inside of it. ਦੇਖੋ ਇਹ ਸਿਰਫ ਇੱਕ ਕਿੱਲ ਹੈਗੀ, ਠੀਕ ਹੈ, ਜਿਹਨੂੰ ਮੈਂ ਤੁਹਾਨੂੰ ਦਿੱਤਾ ਸੀਗਾ ਤੇ ਉਹਨੇ ਤੁਹਾਨੂੰ ਕਿੰਨਾ ਦਰਦ ਕੀਤਾ। ਉਹਦੇ ਦੇਖੋ ਉਹਦੇ ਹੱਥਾਂ ਪੈਰਾਂ ਵਿੱਚ ਕਿੱਲ ਸੀ, ਕੰਡਿਆਂ ਦਾ ਤਾਜ ਸੀਗਾ ਸਿਰ ਦੇ ਉੱਤੇ ਜਿਹੜਾ ਕਿ ਸਿਰ ਦੇ ਵਿੱਚ ਖੁੱਭਿਆ ਹੋਇਆ ਸੀ। So he suffered a lot. ਉਹ ਕੀ ਹੈ ਬਹੁਤ ਜ਼ਿਆਦਾ ਉਹਨੇ ਸਫ਼ਰ ਕੀਤਾ, So he ਦੁੱਖ could ਸਹੇ take away the sins of the world. ਤਾਂ ਕਿ ਉਹ ਜਿਹੜੇ ਦੁਨੀਆ ਦੇ ਜਿਹੜੇ ਪਾਪ ਹੈ ਨਾ ਉਹਨਾਂ ਨੂੰ ਦੂਰ ਕਰ ਸਕੇ।
that's why no other name ਤਾਂ ਕਰਕੇ ਹੋਰ ਕੋਈ ਨਾਮ can work. ਜਿਹੜਾ ਕੰਮ ਨਹੀਂ ਕਰਦਾ ਹੈਗਾ। Because it's only Jesus who was the pure one that came and died for us. ਤਾਂ ਕਿਉਂਕਿ ਜਿਹੜਾ ਯਿਸੂ ਮਸੀਹ ਸੀਗਾ ਜਿਹੜਾ ਇੱਕ ਪਿਓਰ ਜਿਹਨੂੰ ਕਹਿ ਦਈਏ ਸਹੀ ਬੰਦਾ, ਠੀਕ ਹੈ, ਧਰਤੀ ਤੇ ਆਇਆ ਸੀਗਾ ਤੇ ਸਾਡੇ ਲਈ ਮਰਿਆ ਸੀ। Do you know anybody who died for somebody for you? ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜਾ ਕਿ ਕਿਸੇ ਦੇ ਲਈ ਮਰਿਆ ਹੋਵੇ? As far as I know, I only know that there is one ਮੈਂ ਸਿਰਫ ਇੱਕ ਨੂੰ ਜਾਣਦਾ who died for mankind. ਜਿਹੜਾ ਕਿ ਸਿਰਫ ਸਾਡੇ ਮੰਨ ਲਓ ਇਨਸਾਨਾਂ ਦੇ ਲਈ ਮਰਿਆ। Let me just read this for you. It's in the book of Philippians. ਤੇ ਮੈਂ ਤੁਹਾਡੇ ਲਈ ਇਸ ਨੂੰ ਪੜਾਂਗਾ ਫਿਲਿੱਪੀਆਂ ਦੀ ਕਿਤਾਬ ਦੇ ਵਿੱਚ। It talks about, just write it down, chapter 2. ਲਿਖ ਲਓ ਉਹਦਾ 2 ਅਧਿਆਇ ਫਿਲਿੱਪੀਆਂ ਦਾ From 6 onwards. 6 ਤੋਂ 6 to 11. 6 ਤੋਂ 11। Okay? Once you write that, listen to me. ਜਦੋਂ ਤੁਸੀਂ ਲਿਖ ਲਿਆ ਤੇ ਮੈਨੂੰ ਸੁਣੋ। Who being in the very nature of God, did not consider equality with God something to be grasped, but made himself nothing, taking the very nature of a servant, being made in human likeness. After being found in the appearance of a man, he humbled himself and became obedient to death, even death on the cross. Therefore God exalted him to the highest place, that at the name of Jesus every knee should bow, in heaven, on the earth, and under the earth, and every tongue will confess that Jesus Christ is Lord, to the glory of God the Father. ਹਾਲੇਲੂਇਆ। ਤਾਂ ਮੈਂ ਪੰਜਾਬੀ ਚ ਪੜਾਂਗਾ 6 ਤੋਂ 11 ਤੱਕ। ਉੱਥੇ ਲਿਖਿਆ ਗਿਆ ਕਿ ਉਸ ਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਵਰ ਦੇ ਤੁਲ ਹੋਣ ਕਬਜ਼ੇ ਰੱਖਣ ਦੀਆਂ ਚੀਜ਼ ਨਾ ਜਾਣਿਆ, ਸਗੋਂ ਉਸਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਾਂ ਕੀਤਾ ਤੇ ਮੌਤ ਤਾਈਂ, ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰੀ ਬਣਾਇਆ। ਇਸ ਕਾਰਨ ਪਰਮੇਸ਼ਵਰ ਨੇ ਵੀ ਉਸ ਨੂੰ ਅਤ ਉੱਚਾ ਕੀਤਾ ਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭ ਨਾਮਾਂ ਤੋਂ ਉੱਤਮ ਹੈ, ਕਿ ਯਿਸੂ ਦਾ ਨਾਮ ਲੈ ਕੇ ਆਕਾਸ਼ ਉਤਰੀਆਂ, ਧਰਤੀ ਉਤਰੀਆਂ ਤੇ ਧਰਤੀ ਦੇ ਹੇਠਲੀਆਂ ਵਿੱਚੋਂ ਹਰ ਗੋਡਾ ਨਿਮਾਇਆ ਜਾਵੇਗਾ, ਕਿ ਹਰ ਇੱਕ ਜਨ ਉਹਦੇ ਅੱਗੇ ਝੁਕੇਗਾ ਅਤੇ ਹਰ ਜ਼ੁਬਾਨ ਪਰਮੇਸ਼ਵਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੂ ਹੈ। ਹਾਲੇਲੂਇਆ। Amen. That's why I said there is no other name under the heaven, earth. There's no name that will bow to Jesus. Every knee will bow, no matter who the person is, will bow to the name of Jesus. ਇਸੇ ਕਰਕੇ ਕਿਹਾ ਗਿਆ ਕਿ ਇੱਥੇ ਕੋਈ ਹੋਰ ਨਾਮ ਨਹੀਂ ਹੈਗਾ ਸਵਰਗ ਧਰਤੀ ਦੇ ਧਰਤੀ ਦੇ ਹੇਠਾਂ ਯਿਸੂ ਮਸੀਹ ਦੇ ਨਾਮ ਤੋਂ ਬਿਨਾਂ ਕੋਈ ਹੋਰ ਨਾਮ ਨਹੀਂ ਹੈਗਾ। ਉੱਥੇ ਲਿਖਿਆ ਗਿਆ ਕਿ ਹਰ ਇੱਕ ਨਾਮ ਜੋ ਮਸੀਹ ਯਿਸੂ ਮਸੀਹ ਦੇ ਨਾਮ ਤੋਂ ਵੱਖਰਾ ਗਾ, ਠੀਕ ਹੈ, ਉਹਦੇ ਅੱਗੇ ਝੁਕੇਗਾ, ਉਹਦੇ ਅੱਗੇ ਗੋਡੇ ਨਿਭਾਵੇਗਾ। There are many testimonies I can tell you about this, but because of time I will leave it. ਤੇ ਬਹੁਤ ਸਾਰੀਆਂ ਗਵਾਹੀਆਂ ਮੇਰੇ ਕੋਲੇ ਮੈਂ ਤੁਹਾਨੂੰ ਦੱਸ ਸਕਦਾ ਇਸ ਚੀਜ਼ ਦੇ ਬਾਰੇ, ਪਰ ਸਮਾਂ ਬਹੁਤ ਥੋੜਾ ਗਾ। Because when you take this name lightly, ਜਦੋਂ ਤੁਸੀਂ ਇਸ ਨਾਮ ਨੂੰ ਜੋ ਮਸੀਹ ਦਾ ਨਾਮ ਹੈ ਯਿਸੂ ਮਸੀਹ, ਉਹਨੂੰ ਜਦੋਂ ਤੁਸੀਂ ਬਹੁਤ ਲਾਈਟਲੀ ਲੈ ਜਾਂਦੇ ਹੋ ਕਿ ਕੁਝ ਨਹੀਂ, because all the power is in that name. ਤੁਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਜਿਹੜੀ ਸਾਰੀ ਪਾਵਰ ਹੈ ਨਾ ਦੁਨੀਆ ਦੀ ਉਹ ਸਿਰਫ ਇਸ ਨਾਮ ਦੇ ਵਿੱਚ ਹੈ। Even people that do witchcraft, do black magic, ਹੋ ਸਕਦਾ ਲੋਕ ਹੈ ਜਿਹੜੇ ਜਾਦੂ ਟੂਣਾ ਕਰਦੇ ਆ, ਠੀਕ ਹੈ, ਜਾਂ ਹੋਰ ਕੁਝ ਗਲਤ ਕਰਦੇ ਆ, if they know you are a strong Christian, ਤੇ ਜੇ ਉਹ ਜਾਣਦੇ ਆ ਕਿ ਤੂੰ ਇੱਕ ਬਹੁਤ ਤਕੜਾ ਮਸੀਹ ਹੈ, they will not do it for you. ਤੇ ਉਹ ਤੁਹਾਡੇ ਲਈ ਕਦੇ ਨਹੀਂ ਕਰਨਗੇ ਉਹ ਟੂਣਾ ਨਾ। Because some of them have admitted it. ਤੇ ਕਈ ਕੀ ਹੈ, ਉਹਨਾਂ ਨੇ ਕਈਆਂ ਨੇ ਮੰਨਿਆ ਵੀ ਹੈ ਚੀਜ਼ ਨੂੰ। When they do it for a strong Christian, ਤੇ ਜਦੋਂ ਤਕੜੇ ਇੱਕ ਮਸੀਹਤ ਬੰਦੇ ਦੀ ਕਰਦੇ ਆ, you see the Holy Spirit now lives in me. ਤੇ ਤੁਸੀਂ ਦੇਖ ਸਕਦੇ ਜਿਹੜੀ ਪਵਿੱਤਰ ਆਤਮਾ ਕੀ ਹੈ ਉਹ ਸਾਡੇ ਵਿੱਚ ਰਹਿ ਰਹੀ ਹੈ। When that comes, ਤੇ ਜਦੋਂ ਉਹ ਆਂਦਾ it will hit ਉਹ ਹਿੱਟ ਕਰਦਾ, and go back. ਤੇ ਕੀ ਹੈ ਉਹ ਜਦੋਂ ਜਾਦੂ ਟੂਣਾ ਕਰਦਾ ਸਾਡੇ ਤੇ, ਠੀਕ ਹੈ, ਉਹ ਸਾਡੇ ਵੱਲ ਆਉਂਦਾ ਪਰ ਸਾਡੇ ਨਾਲ ਟਕਰਾ ਕੇ ਉਹਦੇ ਦੀ ਵਾਪਸ ਚਲਾ ਜਾਂਦਾ, Because ਕਿਉਂਕਿ this God is more powerful than any other God.
ਕਿਉਂਕਿ ਜਿਹੜਾ ਪਰਮੇਸ਼ਵਰ ਹੈ ਸਾਡੇ ਅੰਦਰ ਹੈ ਨਾ, ਜੋ ਪਵਿੱਤਰ ਆਤਮਾ ਨੇ ਸਾਨੂੰ ਦਿੱਤਾਗਾ, ਉਹ ਹੋਰ ਦੂਜੇ ਸਾਰੇ ਪਰਮੇਸ਼ਵਰ ਤੇ ਹੋਰ ਸਾਰੇ ਨਾਵਾਂ ਤੋਂ ਉੱਚਾ ਹੈਗਾ ਤੇ ਮਹਾਨ ਹੈ, ਸ਼ਕਤੀਸ਼ਾਲੀ। We had a meeting once with different religion people. ਤੇ ਇੱਕ ਵਾਰ ਸਾਡੀ ਮੀਟਿੰਗ ਸੀਗੀ ਵੱਖਰੇ ਧਰਮ ਦੇ ਲੋਕਾਂ ਨਾਲ, And there was a Hindu boy. ਤੇ ਉੱਥੇ ਇੱਕ ਹਿੰਦੂ ਲੜਕਾ ਸੀਗਾ, He stood up ਉਹ ਖੜਾ ਹੋਇਆ and he said, I know the power of Jesus. ਤੇ ਉਹਨੇ ਕਿਹਾ ਕਿ ਮੈਂ ਜਾਣਦਾ ਯਿਸੂ ਮਸੀਹ ਦੀ ਪਾਵਰ ਨੂੰ, Because his brother was involved in witchcraft. ਕਿਉਂਕਿ ਉਹਦਾ ਜਿਹੜਾ ਭਰਾ ਸੀਗਾ ਉਹ ਜਾਦੂ ਟੂਣਿਆਂ ਦੇ ਵਿੱਚ ਫਸਿਆ ਹੋਇਆ ਸੀ। He said to his brother, you do your black magic against me. ਤੇ ਉਹਨੇ ਕਿਹਾ ਕਿ ਹੁਣ ਤੂੰ ਆਪਣੇ ਭਰਾ ਨੂੰ ਕਿਹਾ ਕਿ ਜਿਹੜਾ ਤੇਰਾ ਜਾਦੂ ਟੂਣਾ ਹੁਣ ਉਹ ਮੇਰੇ ਖਿਲਾਫ ਕਰਕੇ The ਦਿਖਾ। brother said, no way. ਉਹਦੇ ਭਰਾ ਨੇ ਕਿਹਾ ਕਿ ਮੈਂ ਨਹੀਂ, ਕਦੇ ਨਹੀਂ। I know this God. ਤੇ ਉਹਨੇ ਕਿਹਾ ਕਿ ਮੈਂ ਇਸ ਪਰਮੇਸ਼ਵਰ ਨੂੰ ਜਾਣਦਾ I dare not do it. ਤੇ ਮੈਂ ਕਦੇ ਨਹੀਂ ਕਰਾਂਗਾ ਇਸ ਦੇ ਖਿਲਾਫ, ਕਿਉਂਕਿ ਉਹ ਮੈਨੂੰ ਪ੍ਰਭਾਵ ਪਾਵੇਗਾ। Same thing with witches. You know witches? ਤੁਸੀਂ ਜਾਣ ਸਕਦੇ ਹੋ ਵਿਚਿਸ ਨੂੰ ਜਾਣਦੇ ਹੋ, ਚੜੇਲਾ They know. ਉਹ ਜਾਣਦੀਆਂ, They come close to you. ਉਹ ਤੁਹਾਡੇ ਕੋਲ ਆਣ। Sometimes you see even people. ਤੁਸੀਂ ਦੇਖ ਸਕਦੇ ਹੋ ਕਈ ਵਾਰੀ Even ਲੋਕ, last time, remember some people we brought to the church and they wouldn't step inside here. ਕਈ ਪਿਛਲੀ ਵਾਰ ਅਸੀਂ ਕੁਝ ਲੋਕਾਂ ਨੂੰ ਲੈ ਕੇ ਆਏ ਸੀ ਪਰ ਉਹ ਚਰਚ ਦੇ ਅੰਦਰ ਨਹੀਂ ਆਏ। You remember? ਕੋਈ ਜਾਣਦਾ Why were they not entering here? ਉਹ ਕਿਉਂ ਨਹੀਂ ਅੰਦਰ ਵੜੇ? Because they know who is inside here. ਕਿਉਂਕਿ ਉਹ ਜਾਣਦੇ ਆ ਕਿ ਇਸ ਜਗ੍ਹਾ ਤੇ ਕੌਣ ਹੈ। The evil spirits, they know. ਜਿਹੜੀਆਂ ਬੁਰੀਆਂ ਆਤਮਾਵਾਂ ਉਹ ਜਾਣਦੀਆਂ, They know exactly inside of you who is there. ਉਹ ਜਾਣਦੀਆਂ ਕਿ ਤੁਹਾਡੇ ਅੰਦਰ ਸਹੀ ਮਾਇਨੇ ਦੇ ਵਿੱਚ ਕੌਣ ਹੈ। So when they know the Holy Spirit is there, ਜਦੋਂ ਉਹ ਜਾਣਦੀਆਂ ਕਿ ਪਵਿੱਤਰ ਆਤਮਾ ਤੁਹਾਡੇ ਅੰਦਰ ਹੈ they will not come near you. ਤੇ ਉਹ ਤੁਹਾਡੇ ਨੇੜੇ ਵੀ ਨਹੀਂ ਆਣਗੇ। You have seen it, didn't you, last time? ਤੁਸੀਂ ਦੇਖਿਆ ਲਾਸਟ ਟਾਈਮ? Yeah, most of you have seen it, isn't it? ਜ਼ਿਆਦਾਤਰ ਲੋਕਾਂ ਨੇ ਦੇਖਿਆ। ਤੁਸੀਂ Why I'm trying to show you, because that's first-hand information. You can see proof. ਤੇ ਮੈਂ ਤੁਹਾਨੂੰ ਇਹ ਚੀਜ਼ ਕਿਉਂ ਦੱਸ ਰਿਹਾ, ਕਿਉਂਕਿ ਉਹ ਤੁਹਾਡੇ ਲਈ ਪ੍ਰੂਫ ਹੈ ਜਿਹੜਾ ਤੁਸੀਂ ਆਪਣੀ ਅੱਖੀਂ ਦੇਖਿਆ। Because if you just talk, you will think, oh, you're just talking. ਜੇ ਅਸੀਂ ਕਲੀਆਂ ਗੱਲਾਂ ਕਰਾਂਗੇ ਤੁਸੀਂ ਸੋਚੋਗੇ ਹਾਂ ਇਹ ਤਾਂ ਗੱਲਾਂ ਵਾਲੀ ਹੈ। Even that boy last Sunday, you saw, I was shaking his hand, shaking. He wouldn't shake. ਤੇ ਪਿਛਲੇ ਸੰਡੇ ਤੁਸੀਂ ਦੇਖ ਸਕਦੇ ਹੋ ਜਦੋਂ ਮੈਂ ਉਸ ਲੜਕੇ ਦੇ ਲਈ ਪ੍ਰਾਰਥਨਾ ਕਰ ਰਿਹਾ ਸੀਗਾ, ਠੀਕ ਹੈ, ਉਹਨੂੰ ਹਿਲਾ ਰਿਹਾ ਸੀ ਪਰ ਉਹ ਹਿਲ ਨਹੀਂ ਰਿਹਾ ਸੀ। Because I know who is inside of me. ਪਰ ਕੀ ਹੈ, ਜਿਹੜਾ ਮੇਰੇ ਅੰਦਰ ਸੀ ਉਹਨੂੰ ਹਿਲਾ ਰਿਹਾ ਸੀ। I know ਮੈਂ ਜਾਣਦਾ with confidence. ਪੂਰੇ ਕੌਨਫੀਡੈਂਸ ਦੇ And ਨਾਲ। that man, whoever was there, knows that. ਤੇ ਜਿਹੜਾ ਉੱਥੇ ਆਦਮੀ ਸੀ ਉਹ ਵੀ ਜਾਣਦਾ ਸੀਗਾ। So I want to encourage you to start building yourself up. ਤੇ ਮੇਰੇ ਅੰਦਰ ਕੌਣ ਹੈ, ਇਸ ਲਈ ਮੈਂ ਤੁਹਾਨੂੰ ਇਨਕਰੇਜ ਕਰ ਰਿਹਾ, ਉਤਸ਼ਾਹਿਤ ਕਰ ਰਿਹਾ ਕਿ ਆਪਣੇ ਆਪ ਦੀ ਜ਼ਿੰਦਗੀ ਨੂੰ ਬਿਲਡ ਕਰਨਾ ਸ਼ੁਰੂ ਕਰੋ। When you come in contact with those people, it will not affect you. ਤੇ ਜਦੋਂ ਤੁਸੀਂ ਉਹਨਾਂ ਲੋਕਾਂ ਦੇ ਕੰਟੈਕਟ ਦੇ ਵਿੱਚ ਆਉਣੇ, ਉਹਨਾਂ ਲੋਕਾਂ ਦੇ ਸੰਬੰਧ ਦੇ ਵਿੱਚ ਆਉਣੇ ਨਾ, ਫਿਰ ਉਹ ਤੁਹਾਨੂੰ ਪ੍ਰਭਾਵਿਤ ਨਹੀਂ ਕਰਨਗੇ, ਕਿਉਂਕਿ ਤੁਸੀਂ ਤੁਹਾਡੇ ਅੰਦਰ ਜੋ ਹੋਵੇਗਾ ਉਹਨਾਂ ਤੋਂ ਕਿਤੇ ਪਾਵਰਫੁਲ ਹੋਵੇਗਾ। Even today, we are trying to bring somebody here, isn't it? ਤੇ ਈਵਨ ਕਿ ਅੱਜ ਵੀ ਅਸੀਂ ਕਿਸੇ ਨੂੰ ਇੱਥੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ The ਸੀ, person says, I'm not coming to a church. ਪਰ ਉਹਨੇ ਕਿਹਾ ਕਿ ਮੈਂ ਚਰਚ ਨਹੀਂ ਆਵਾਂਗਾ, Now, why that person is not coming? Because he knows what's going to happen here. ਕਿਉਂਕਿ ਉਹ ਜਾਣਦਾ ਕਿ ਜੇ ਉਹ ਇੱਥੇ ਆ ਕੇ ਤਾਂ ਕੀ ਹੋਵੇਗਾ। Yeah? So the God that is in you is very powerful. ਕਿਉਂਕਿ ਜਿਹੜਾ ਪਰਮੇਸ਼ਵਰ ਤੁਹਾਡੇ ਅੰਦਰ ਹੈ ਉਹ ਬਹੁਤ ਪਾਵਰਫੁਲ ਤੇ ਮਹਾਨ ਹੈ। ਹਾਲੇਲੂਇਆ। So the thing also you need to know, start putting the word of God inside of you. ਤੇ ਤੁਹਾਨੂੰ ਕੀ ਇਸ ਨੂੰ ਜਾਣਨ ਦੀ ਜ਼ਰੂਰਤ ਹੈ, ਜਿਹੜਾ ਪਰਮੇਸ਼ਵਰ ਦਾ ਵਚਨ ਹੈ ਉਹਨੂੰ ਆਪਣੀਆਂ ਜ਼ਿੰਦਗੀਆਂ 'ਚ ਪਾਉਣਾ ਸ਼ੁਰੂ ਕਰੋ। Okay? So I'll just give you a couple of points. Read your Bible daily as much as you can. ਤੇ ਮੈਂ ਤੁਹਾਨੂੰ ਥੋੜੇ ਜਿਹੇ ਪੁਆਇੰਟ ਦੇਵਾਂਗਾ ਕਿ ਜਿਹੜੇ ਆਪਣੇ ਵਚਨ ਨੂੰ ਪੜੋ, ਬਾਈਬਲ ਨੂੰ ਜਿੰਨਾ ਹੋ ਸਕਦਾ ਪੜ ਸਕਦੇ ਹੋ ਡੇਲੀ। Okay? Don't be happy just reading one page and skipping. Don't. Follow through. ਇਹ ਨਾ ਹੋਵੇ ਕਿ ਇੱਕ ਪੇਜ ਪੜ੍ਹਦੇ ਜੀ ਮੈਂ ਖੁਸ਼ ਹਾਂ ਤੇ ਉਦੋਂ ਬਾਅਦ ਲਗਾਈ ਜਾਓ। Take this word, hide it inside of you. ਉਹਨੂੰ ਲਓ ਤੇ ਆਪਣੇ ਅੰਦਰ ਲੁਕਾ ਲਓ। Yeah? This word will guide you, it will comfort you, it will protect you. ਤੇ ਉਹ ਤੁਹਾਨੂੰ ਕੀ ਰਸਤਾ ਦਿਖਾਵੇਗਾ, ਤੁਹਾਨੂੰ ਆਰਾਮ ਦੇਵੇਗਾ, ਠੀਕ ਹੈ, ਤੁਹਾਨੂੰ ਪ੍ਰੋਟੈਕਟ ਕਰੇਗਾ। Learn the secret of prayer. ਤੇ ਪ੍ਰਾਰਥਨਾ ਦੇ ਜਿਹੜੇ ਰਹੱਸ ਹੈ ਉਹਨਾਂ ਨੂੰ ਸਿੱਖੋ। Prayer is communication with God. ਜਿਹੜੀ ਪ੍ਰਾਰਥਨਾ ਜੀ ਉਹ ਖੁਦਾਵੰਦ ਦੇ ਨਾਲ ਗੱਲਬਾਤ ਹੈ। Every prayer you pray is answered. ਜੋ ਵੀ ਪ੍ਰਾਰਥਨਾ ਤੁਸੀਂ ਕਰਦੇ ਹੋ ਉਹਦਾ ਤੁਹਾਨੂੰ ਉੱਤਰ ਮਿਲਦਾ ਹੈਗਾ। You will get yes or no. ਤੁਸੀਂ ਜੇ ਹਾਂ ਜਾਂ ਨਾ ਦੇ ਵਿੱਚ ਆਨਸਰ ਉਹਦਾ ਤੁਹਾਨੂੰ ਮਿਲਦਾ ਹੈਗਾ। Or the answer may be wait. ਹੋ ਸਕਦਾ ਉਹਦਾ ਉੱਤਰ ਹੋਵੇ ਕਿ ਇੰਤਜ਼ਾਰ ਕਰ। It gets answered. ਤਾਂ ਪ੍ਰਾਰਥਨਾ ਜਿਹੜੀ ਹਮੇਸ਼ਾ ਆਨਸਰ ਦਿੱਤਾ ਜਾਂਦਾ ਪ੍ਰਾਰਥਨਾ ਦਾ। The third one is rely constantly on the Holy Spirit. ਤੇ ਤੀਜੀ ਚੀਜ਼ ਕੀ ਹੈ, ਰਿਲਾਈ ਕਨਸਟੈਂਟਲੀ, ਕਿ ਪੂਰੀ ਤਰ੍ਹਾਂ ਪਵਿੱਤਰ ਆਤਮਾ ਤੇ ਨਿਰਭਰ ਹੋਵੋ।
Because you know, we talked on Sunday about the wind and the eagle. The wind is the Holy Spirit. ਤੇ ਲਾਸਟ ਸੰਡੇ ਕੀ ਅਸੀਂ ਗੱਲ ਕੀਤੀ ਸੀਗੀ ਬਾਜ ਤੇ ਹਵਾ ਦੇ ਬਾਰੇ ਕਿ ਜਿਹੜੀ ਹਵਾ ਕੀ ਉਹ ਕੀ ਹੈ ਪਵਿੱਤਰ ਆਤਮਾ ਕੀ When you rely on the Holy Spirit, He will guide you what is happening. ਤੇ ਜਦੋਂ ਤੁਸੀਂ ਪਵਿੱਤਰ ਆਤਮਾ ਤੇ ਨਿਰਭਰ ਹੋ ਜਾਵੋਗੇ ਉਹ ਤੁਹਾਨੂੰ ਦੱਸੇਗੀ ਉਹ ਤੁਹਾਨੂੰ ਸਿਖਾਵੇਗੀ ਕਿ ਕੀ ਕਰਨਾ ਹੈ ਕਿੱਧਰ ਜਾਣਾ ਹੈ So our dependency is on the Holy Spirit. ਤੇ ਕੀ ਹੈ ਸਾਨੂੰ ਕੀ ਹੈ ਜਿਹੜੀ ਸਾਡੀ ਨਿਰਭਰਤਾ ਕੀ ਉਹ ਸਿਰਫ ਪਵਿੱਤਰ ਆਤਮਾ ਤੇ ਹੋਣੀ ਚਾਹੀਦੀ ਹੈ ਨਾ ਕਿ ਕਿਸੇ And when ਬੰਦੇ you ਤੇ accept Jesus as your Lord and your Savior, He comes to live with you. ਤੇ ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਐਕਸੈਪਟ ਕਰਦੇ ਹੋ ਆਪਣਾ ਪਰਮੇਸ਼ਵਰ ਤੇ ਆਪਣਾ ਮੁਕਤੀਦਾਤਾ ਉਦੋਂ ਉਹ ਪਵਿੱਤਰ ਆਤਮਾ ਤੁਹਾਡੇ ਅੰਦਰ ਆ ਕੇ ਰਹਿਣਾ ਸ਼ੁਰੂ ਕਰਦਾ When it first happened, when I first got saved, I did not believe, Father, how can the Holy Spirit live in me? ਸੌਰੀ When I first got saved, I didn't believe the Holy Spirit would live in me. ਤੇ ਜਦੋਂ ਮੈਂ ਪਹਿਲੀ ਵਾਰ ਸਾਰੇ ਤੋਂ ਬਚਾਇਆ ਗਿਆ ਸੀਗਾ ਠੀਕ ਹੈ ਮੈਂ ਵਿਸ਼ਵਾਸ ਨਹੀਂ ਕੀਤਾ ਸੀਗਾ ਕਿ ਪਵਿੱਤਰ ਆਤਮਾ ਮੇਰੇ ਆ ਕੇ ਅੰਦਰ ਰਹੇਗੀ But then I began to see miracles happening. I began ਉਸ ਤੋਂ ਬਾਅਦ ਕੀ ਹੈ ਮੈਂ ਦੇਖਿਆ ਕਿ ਚਮਤਕਾਰ ਹੋਣੇ ਸ਼ੁਰੂ ਹੋ ਗਏ ਤੇ ਮੇਰੀ ਜ਼ਿੰਦਗੀ 'ਚ ਵੱਖਰੀਆਂ ਵੱਖਰੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ Then I understood the power of the Holy Spirit inside of us. ਪਰ ਉਸ ਤੋਂ ਬਾਅਦ ਮੈਂ ਠੀਕ ਹੈ ਉਸ ਹੋਲੀ ਸਪਿਰਿਟ ਦੀ ਸ਼ਕਤੀ ਉਸ ਦੀ ਪਾਵਰ ਨੂੰ ਸਮਝਿਆ Okay. The other point is attend church regularly. Attend church meetings, whatever meetings are there, attend them. ਤੇ ਚੌਥਾ ਪੁਆਇੰਟ ਕੀ ਹੈ ਕਿ ਜਿਹੜੀਆਂ ਚਰਚ ਦੀਆਂ ਮੀਟਿੰਗ ਹੁੰਦੀਆਂ ਠੀਕ ਹੈ ਉਹਨੂੰ ਰੈਗੂਲਰਲੀ ਅਟੈਂਡ ਕਰੋ Because that's where you will learn, that's where you will fellowship, that's where you will pick up the word of ਤੇ God. ਉਹ ਕਿਉਂਕਿ ਉਸੇ ਤਰੀਕੇ ਦੇ ਨਾਲ ਤੁਸੀਂ ਸਿੱਖ ਸਕਦੇ ਹੋ ਉਸੇ ਤਰੀਕੇ ਦੇ ਨਾਲ ਤੁਸੀਂ ਵਚਨ ਨੂੰ ਫੋਲੋ ਕਰ ਸਕਦੇ ਹੋ ਠੀਕ ਹੈ ਜੋ ਤੁਹਾਨੂੰ ਉੱਥੇ ਸਿਖਾਇਆ ਜਾਂਦਾ ਆਪਣੀ ਜ਼ਿੰਦਗੀ 'ਚ ਲੈ ਸਕਦੇ ਹੋ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹੋ ਤੁਸੀਂ Okay. Then also be, once you know all that, start to be a witness for Jesus. ਤੇ ਜਦੋਂ ਤੁਸੀਂ ਉਸ ਚੀਜ਼ ਨੂੰ ਸਿੱਖ ਜਾਓਗੇ ਤਾਂ ਮਸੀਹਤ ਦੇ ਲਈ ਤੁਸੀਂ ਗਵਾਹ ਬਣੋ ਮਸੀਹ ਦੇ ਲਈ ਗਵਾਹ ਬਣੋ Okay. Also then be an obedient Christian. ਤੇ ਉਸ ਤੋਂ ਬਾਅਦ ਕੀ ਹੈ ਕਿ ਇੱਕ ਆਗਿਆਕਾਰੀ ਮਸੀਹ ਬਣੋ Yeah. Put Jesus first in your life, ਸਭ ਤੋਂ ਪਹਿਲਾਂ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ ਵਿੱਚ ਰੱਖੋ Hallelujah. not the things of the world. ਨਾ ਕਿ ਜਿਹੜੀਆਂ ਸੰਸਾਰ ਦੀਆਂ ਚੀਜ਼ਾਂ ਗੀਆਂ ਉਹਨੂੰ ਤੁਸੀਂ ਪਹਿਲ ਦੇ ਦਿਓ ਤੇ ਯਿਸੂ ਮਸੀਹ ਨੂੰ ਪਿੱਛੇ ਰੱਖ ਲੈਣਾ ਤੂੰ ਬਾਅਦ ਚ Learn how to meet temptations. ਤੇ ਤੁਸੀਂ ਇਹ ਚੀਜ਼ ਨੂੰ ਸਿੱਖੋ ਕਿ ਜਿਹੜੇ ਪਰਤਿਆਵੇ ਆ ਠੀਕ ਹੈ ਮੀਟ ਟੈਂਪਟੇਸ਼ਨ Temptations. ਤੇ ਕਿਸ ਤਰ੍ਹਾਂ ਅਸੀਂ ਪਰਤਿਆਵਿਆਂ ਦੇ ਨਾਲ ਸਾਡੀ ਮੁਲਾਕਾਤ ਹੁੰਦੀ ਹੈ Yep. And the last one I'll give you is be a wholesome Christian. Wholesome is a full, not half. ਕੀ ਹੈ ਲਾਸਟ ਜਿਹੜੀ ਚੀਜ਼ ਹੈ ਕਿ ਪੂਰੀ ਤਰ੍ਹਾਂ ਦਾ ਮਸੀਹ ਬਣੋ ਨਾ ਕਿ ਅੱਧੇ ਅਧੂਰੇ Yeah. So when you're wholesome, you're full. ਤੇ ਕੀ ਹੈ ਜਦੋਂ ਤੁਸੀਂ ਹੋਲਸਮ ਹੋਵੋਗੇ ਪੂਰੇ ਹੋਵੋਗੇ ਤਾਂ ਤੁਸੀਂ ਪੂਰੇ ਭਰੇ ਹੋਵੋਗੇ ਫੁੱਲ ਹੋਵੋਗੇ ਪੱਕੇ ਮਸੀਹ ਹੋਵੋਗੇ Amen. ਆਮੇਨ So the thing to be a successful Christian, ਤੇ ਜਿਹੜੀ ਚੀਜ਼ ਹੈ ਕਿ ਇੱਕ ਸਕਸੈਸਫੁਲ ਮਸੀਹ ਬਣਨ ਦੇ ਲਈ these are a few points that we have given. ਤੇ ਇਹ ਕੁਝ ਕੁ ਉਹਨਾਂ ਦੇ ਵਿੱਚੋਂ ਪੁਆਇੰਟ ਹੈ ਜਿਹੜੇ ਮੈਂ ਤੁਹਾਨੂੰ ਦਿੱਤੇ ਆ If you want to be a successful businessman, ਜੇ ਤੁਸੀਂ ਇੱਕ ਸਕਸੈਸਫੁਲ ਬਿਜ਼ਨਸਮੈਨ ਬਣਨਾ ਚਾਹੁੰਦੇ ਹੋ there are things you have to do. ਤੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਕਰਨ ਦੀ ਜ਼ਰੂਰਤ ਹੈ You can't be sitting at home and expect to be a great businessman. ਤੇ ਇਹ ਨਹੀਂ ਤੁਸੀਂ ਸੋਚ ਸਕਦੇ ਕਿ ਮੈਂ ਘਰੇ ਕੁਰਸੀ ਤੇ ਬੈਠਾ ਜੀ ਤੇ ਮੈਂ ਬਹੁਤ ਵੱਡਾ ਬਿਜ਼ਨਸਮੈਨ ਬਣ ਜਾਊਂਗਾ Yeah. So the same thing is with our walk with God. There are ਉਸੇ things ਤਰ੍ਹਾਂ you need to do. ਉਸੇ ਤਰ੍ਹਾਂ ਖੁਦਾਵੰਦ ਦੇ ਕੰਮ ਦੇ ਨਾਲ ਹੈ ਜਿਹਦੇ ਵਿੱਚ ਹੋ ਕੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਦੀ ਤੇ ਕਰਨ ਦੀ ਜ਼ਰੂਰਤ ਹੈ